रेडियो वॉइस ऑफ खालसा सुन रहे सारे ਸਰੋਤਿਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਿਛਲੇ ਦਿਨਾਂ ਤੋਂ ਕਿਤਾਬ ਪੜ੍ਹ ਰਹੇ ਹਾਂ, ਸਿੱਖ ਰਾਜ ਕਿਵੇਂ ਬਣਿਆ। ਇਹ ਕਿਤਾਬ ਦੇ ਲੇਖਕ ਨੇ ਗਿਆਨੀ ਸੋਹਣ ਸਿੰਘ ਸੀਤਲ ਜੀ। ਅਸੀਂ ਇਸ ਕਿਤਾਬ ਦੇ 165 ਪੰਨੇ ਜਿਹੜੇ ਆ ਉਹ ਪੜ੍ਹ ਚੁੱਕੇ ਹਾਂ ਅਤੇ ਆਓ ਇਹਨਾਂ ਨੂੰ ਅੱਗੇ ਪੜ੍ਹਨ ਦਾ ਅਸੀਂ ਯਤਨ ਕਰਦੇ ਹਾਂ। ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਜਾਵਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਲਾਂ ਜਿਹੜੀਆਂ ਨੇ ਉਹ ਨਹੀਂ ਲਵਾਂਗੇ, ਕਿਉਂਕਿ ਅਸੀਂ ਲੇਖਕ ਦੀ ਜਿਹੜੀ ਲਿਖਣੀ ਆ ਉਹਨੂੰ ਹੂਬਹੂ ਉਸੇ ਤਰ੍ਹਾਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਕਾਲਾਂ ਜਿਹੜੀਆਂ ਨੇ ਉਹ ਨਾ ਲਾਈਆਂ ਜਾਣ। ਅਗਰ ਤੁਹਾਡਾ ਕੋਈ ਸਵਾਲ ਹੋਵੇ ਜਾਂ ਸੁਝਾਅ ਹੋਵੇ ਤਾਂ ਤੁਸੀਂ ਸਾਨੂੰ ਸਾਡੇ ਫੇਸਬੁੱਕ ਪੇਜ 'ਤੇ ਮੈਸੇਜ ਕਰ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਵੌਇਸ ਆਫ ਖਾਲਸਾ। ਇਸ ਪੇਜ ਨੂੰ ਲਾਈਕ ਵੀ ਕਰੋ, ਸ਼ੇਅਰ ਵੀ ਕਰੋ ਅਤੇ ਹੋਰਨਾਂ ਤੋਂ ਵੀ ਲਾਈਕ ਅਤੇ ਸ਼ੇਅਰ ਕਰਾਓ ਤਾਂ ਕਿ ਜਿਹੜੀ ਸੱਚ ਦੀ ਆਵਾਜ਼ ਆ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਸੋ ਆਓ ਅਸੀਂ ਸ਼ੁਰੂਆਤ ਕਰਦੇ ਹਾਂ ਸਿੱਖ ਰਾਜ ਕਿਵੇਂ ਬਣਿਆ 166 ਪੰਨੇ ਤੋਂ ਗਿਆਨੀ ਸੋਹਣ ਸਿੰਘ ਸੀਤਲ ਦੀ ਕਲਮ ਤੋਂ। ਥਾਂ ਥਾਂ ਅਦੀਨਾ ਬੇਗ ਦੇ ਅਫਸਰ ਸਿੱਖਾਂ ਨੂੰ ਤੰਗ ਕਰਨ ਲੱਗੇ, ਪਰ ਇਹ ਤੰਗੀ ਛੇਤੀ ਹੀ ਕੱਟੀ ਗਈ। ਬਟਾਲੇ ਵਿੱਚ ਬਿਮਾਰ ਹੋ ਕੇ ਅਦੀਨਾ ਬੇਗ 15 ਸਤੰਬਰ 1758 ਈਸਵੀ ਨੂੰ ਮਰ ਗਿਆ। ਉਹਦੀ ਲੋਥ ਜਲੰਧਰ ਖਾਨਪੁਰ ਵਿੱਚ ਦਫਨਾਈ ਗਈ। 30 ਅਕਤੂਬਰ 1758 ਈਸਵੀ ਨੂੰ ਦੀਵਾਲੀ ਸੀ। ਸਿੰਘ ਅੰਮ੍ਰਿਤਸਰ ਇਕੱਠੇ ਹੋਏ। ਸਭ ਸਰਦਾਰਾਂ ਨੇ ਗੁਰਮਤਾ ਕੀਤਾ ਕਿ ਥਾਂ ਥਾਂ ਮੁਲਕ ਉੱਤੇ ਕਬਜ਼ਾ ਕੀਤਾ ਜਾਵੇ। ਅਦੀਨਾ ਬੇਗ ਦੇ ਮਰ ਜਾਣ ਕਰਕੇ ਦੁਆਬਾ ਜਲੰਧਰ ਖਾਲੀ ਪਿਆ ਸੀ। ਦਲ ਖਾਲਸਾ ਉਸ ਇਲਾਕੇ ਵਿੱਚ ਜਾ ਵੜਿਆ। ਅੱਗੋਂ ਅਦੀਨਾ ਬੇਗ ਦਾ ਪੁੱਤਰ ਹਸਨ ਬੇਗ ਤੇ ਦੀਵਾਨ ਬਿਸ਼ੰਬਰ ਦਾਸ ਫੌਜ ਲੈ ਕੇ ਟਾਕਰੇ ਤੇ ਆਏ। ਉੜਮੁੜ ਟਾਂਡਾ ਕੋਲ ਬੜੀ ਭਾਰੀ ਲੜਾਈ ਹੋਈ। ਬਿਸ਼ੰਬਰ ਦਾਸ ਗੋਲੀ ਨਾਲ ਮਾਰਿਆ ਗਿਆ। ਉਸ ਦਾ ਸਿਰ ਵੱਢ ਕੇ ਸਰਦਾਰ ਕਰੋੜਾ ਸਿੰਘ ਨੇ ਨਵਾਬ ਕਪੂਰ ਸਿੰਘ ਅੱਗੇ ਜਾ ਰੱਖਿਆ। ਬਿਸ਼ੰਬਰ ਦਾਸ ਦੀ ਫੌਜ ਮੈਦਾਨ ਵਿੱਚੋਂ ਹਾਰ ਕੇ ਨੱਸ ਗਈ। ਸਿੰਘਾਂ ਨੇ ਸਾਰੇ ਦੁਆਬੇ ਉੱਤੇ ਕਬਜ਼ਾ ਕਰ ਲਿਆ। ਸਾਰਾ ਇਲਾਕਾ ਸਿੱਖ ਸਰਦਾਰਾਂ ਨੇ ਆਪਸ ਵਿੱਚ ਵੰਡ ਲਿਆ। ਸਿੰਘਾਂ ਦੇ ਇੱਕ ਜਥੇ ਨੇ ਰਿਆੜਕੀ ਤੇ ਮਾਝੇ ਉੱਤੇ ਕਬਜ਼ਾ ਕਰ ਲਿਆ। ਲਾਹੌਰ ਦਾ ਹਾਕਮ ਖਵਾਜਾ ਮਿਰਜ਼ਾ ਸ਼ਹਿਰ ਵਿੱਚ ਸੀ ਅਤੇ ਉਦਾਲਾ ਸਾਰਾ ਇਲਾਕਾ ਸਿੰਘਾਂ ਨੇ ਲੁੱਟ ਲਿਆ ਜਾਂ ਮੱਲ ਲਿਆ ਸੀ। ਜਿਹੜੇ ਇਲਾਕੇ ਜਾਂ ਪਿੰਡ ਸਿੰਘਾਂ ਦੀ ਈਨ ਮੰਨ ਲੈਂਦੇ ਸਨ, ਉਹਨਾਂ ਨਾਲ ਸਿੰਘ ਸਰਦਾਰ ਚੰਗਾ ਵਰਤਾਓ ਕਰਦੇ ਅਤੇ ਜਿਹੜੇ ਅੱਗੋਂ ਆਕੜਦੇ ਉਹਨਾਂ ਨੂੰ ਸੋਧਦੇ ਵੀ ਬੜੀ ਚੰਗੀ ਤਰ੍ਹਾਂ। ਹਿੰਦੁਸਤਾਨ ਵਿੱਚ ਉਸ ਵੇਲੇ ਮਰਾਠਿਆਂ ਦੀ ਗੁੱਡੀ ਸਿਖਰ 'ਤੇ ਚੜ੍ਹੀ ਹੋਈ ਸੀ। ਉਹਨਾਂ ਦਾ ਥਾਪਿਆ ਲਾਹੌਰ ਦਾ ਹਾਕਮ ਅਦੀਨਾ ਬੇਗ ਮਰ ਗਿਆ ਤਾਂ ਉਹ ਨਵੇਂ ਸਿਰਿਓਂ ਪੰਜਾਬ ਉੱਤੇ ਕਬਜ਼ਾ ਕਰਨ ਵਾਸਤੇ ਵਧੇ। ਪੇਸ਼ਵਾ ਦਾ ਭੇਜਿਆ ਹੋਇਆ ਦੱਤਾ ਜੀ ਸਿੰਧੀਆ ਮਾਛੀਵਾੜੇ ਆ ਬੈਠਾ। ਉਸਦੇ ਹੁਕਮ ਨਾਲ ਸ਼ੰਭਾ ਜੀ ਸਿੰਧੀਆ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਮਰਹੱਟਾ ਫੌਜਾਂ ਸਣੇ ਮੁਲਤਾਨ ਸਾਰੇ ਪੰਜਾਬ ਵਿੱਚ ਖਿਲਰ ਗਈਆਂ। ਉਹਨਾਂ ਮਿਰਜ਼ਾ ਅਹਿਮਦ ਖਾਂ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ ਅਤੇ ਸਾਲੇਹ ਖਾਂ ਨੂੰ ਮੁਲਤਾਨ ਦਾ। ਪੰਜਾਬ ਦਾ ਇਹ ਪ੍ਰਬੰਧ ਕਰਕੇ ਤੇ ਸ਼ੰਭਾ ਜੀ ਨੂੰ ਇੱਥੇ ਛੱਡ ਕੇ ਦੱਤਾ ਜੀ ਆਪ ਦਿੱਲੀ ਨੂੰ ਮੁੜ ਗਿਆ। ਅਮਲੀ ਤੌਰ 'ਤੇ ਦਿੱਲੀ ਉੱਤੇ ਉਸ ਵੇਲੇ ਮਰਹੱਟਿਆਂ ਦਾ ਕਬਜ਼ਾ ਸੀ। ਦਿੱਲੀ ਵਿੱਚ ਦੋ ਧੜੇ ਸਨ। ਇੱਕ ਦਾ ਮੋਢੀ ਵਜ਼ੀਰ ਗਾਜ਼ੀਉਦੀਨ ਇਮਾਦੁਲ ਮੁਲਕ ਸੀ ਅਤੇ ਦੂਜੇ ਦਾ ਆਗੂ ਨਜੀਬੁਦੌਲਾ ਰੋਹੇਲਾ ਸੈਨਾਪਤੀ। ਮਗਰਲੇ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਮਦਦ ਹਾਸਲ ਸੀ। ਸੋ ਵਜ਼ੀਰ ਨੇ ਮਰਹੱਟਿਆਂ ਨੂੰ ਮਦਦ ਵਾਸਤੇ ਬੁਲਾ ਲਿਆ। ਮਰਹੱਟੇ ਦਿੱਲੀ ਵਿੱਚ ਆ ਗਏ ਤਾਂ ਨਜੀਬੁਦੌਲਾ ਨੱਸ ਕੇ ਸ਼ੁਕਰਤਾਲ ਵਿੱਚ ਜਾ ਵੜਿਆ। ਮਰਹੱਟਾ ਫੌਜ ਨੇ ਉਸ ਨੂੰ ਸ਼ੁਕਰਤਾਲ ਵਿੱਚ ਘੇਰ ਲਿਆ। ਉੱਥੋਂ ਨਜੀਬੁਦੌਲਾ ਨੇ ਅਬਦਾਲੀ ਨੂੰ ਮਦਦ ਵਾਸਤੇ ਚਿੱਠੀ ਲਿਖੀ।
ਦਿੱਲੀ ਤੋਂ ਬਾਦਸ਼ਾਹ ਆਲਮਗੀਰ ਸਾਨੀ ਨੇ ਵੀ ਅਬਦਾਲੀ ਨੂੰ ਲਿਖਿਆ ਕਿ ਜੇ ਸਮੇਂ ਸਿਰ ਆਪ ਨੇ ਸਹਾਇਤਾ ਨਾ ਕੀਤੀ ਤਾਂ ਮੈਨੂੰ ਵਜ਼ੀਰ ਕਤਲ ਕਰ ਦੇਵੇਗਾ। ਸ਼ਹਿਜ਼ਾਦਾ ਤੈਮੂਰ ਨੂੰ ਮਰਹੱਟਿਆਂ ਨੇ ਪੰਜਾਬ ਵਿੱਚੋਂ ਕੱਢ ਦਿੱਤਾ ਸੀ। ਇਸ ਗੱਲ ਦਾ ਅਬਦਾਲੀ ਨੂੰ ਬੜਾ ਗੁੱਸਾ ਸੀ। ਉਹਨੇ ਆਪਣੇ ਜਰਨੈਲ ਜਹਾਨ ਖਾਂ ਨੂੰ ਫੌਜ ਦੇ ਕੇ ਭੇਜਿਆ ਸੀ, ਪਰ ਉਹ ਮਰਹੱਟਿਆਂ ਤੇ ਸਿੱਖਾਂ ਤੋਂ ਹਾਰ ਕੇ ਮੁੜ ਗਿਆ ਸੀ। ਸੋ ਗੁੱਸਾ ਖਾ ਕੇ ਅਹਿਮਦ ਸ਼ਾਹ ਅਬਦਾਲੀ ਆਪ 60,000 ਫੌਜ ਲੈ ਕੇ ਚੜ੍ਹਿਆ। ਮਰਹੱਟੇ ਜਰਨੈਲ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਪੰਜਾਬ ਛੱਡ ਕੇ ਦਿੱਲੀ ਨੂੰ ਚਲੇ ਗਏ। ਖਾਲੀ ਲਾਹੌਰ ਉੱਤੇ ਅਬਦਾਲੀ ਨੇ ਅਕਤੂਬਰ ਵਿੱਚ ਕਬਜ਼ਾ ਆ ਕੀਤਾ। ਲਾਹੌਰ ਦਾ ਸੂਬੇਦਾਰ ਉਸਨੇ ਆਪਣੇ ਵਜ਼ੀਰ ਸ਼ਾਹ ਵਲੀ ਖਾਂ ਦੇ ਭਤੀਜੇ ਕਰੀਮਦਾਦ ਖਾਂ ਨੂੰ ਬਣਾਇਆ। ਜਲੰਧਰ ਦੀ ਫੌਜਦਾਰੀ ਰਾਜਾ ਘੁਮੰਡ ਚੰਦ ਕਾਂਗੜੇ ਵਾਲੇ ਦੇ ਹਵਾਲੇ ਕੀਤੀ ਗਈ। ਪੰਜਾਬ ਦਾ ਇਹ ਪ੍ਰਬੰਧ ਕਰਕੇ ਅਬਦਾਲੀ ਦਿੱਲੀ ਵੱਲ ਤੁਰਿਆ ਤੇ 27 ਨਵੰਬਰ ਨੂੰ ਸਰਹੰਦ ਜਾ ਪੁੱਜਾ। ਇਸੇ ਵੇਲੇ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਨੇ ਬਾਦਸ਼ਾਹ ਆਲਮਗੀਰ ਤੇ ਇੰਤਜ਼ਾਮੋਦੌਲਾ ਦੋਹਾਂ ਨੂੰ ਕਤਲ ਕਰ ਦਿੱਤਾ। ਤਖਤ ਉੱਤੇ ਸ਼ਾਹੀ ਘਰਾਣੇ ਦੇ ਇੱਕ ਸ਼ਹਿਜ਼ਾਦੇ ਨੂੰ ਬਿਠਾ ਦਿੱਤਾ। ਨਜੀਬੂਦੌਲਾ ਦਾ ਪਿੱਛਾ ਛੱਡ ਕੇ ਦੱਤਾ ਜੀ ਅਬਦਾਲੀ ਵੱਲ ਵਧਿਆ। 24 ਦਸੰਬਰ ਨੂੰ ਅਬਦਾਲੀ ਤਰਾਵੜੀ ਜਾ ਪੁੱਜਾ। ਇੱਥੇ ਮਰਾਠਿਆਂ ਨਾਲ ਉਸ ਦੀ ਪਹਿਲੀ ਮੁੱਠਭੇੜ ਹੋਈ। ਲਗਭਗ 400 ਮਰਾਠੇ ਮਾਰੇ ਗਏ ਤੇ ਬਾਕੀ ਹਾਰ ਕੇ ਪਿੱਛੇ ਹਟ ਗਏ। ਅਬਦਾਲੀ ਜਮਨਾ ਤੋਂ ਪਾਰ ਹੋਇਆ ਤਾਂ ਸਹਾਰਨਪੁਰ ਉਸ ਨੂੰ ਨਜੀਬੁਦੌਲਾ ਵੀ ਆ ਮਿਲਿਆ। ਫਿਰ ਸਹਿਜ ਸਹਿਜ ਹਾਫਿਜ਼ ਰਹਿਮਤ ਖਾਂ, ਦੁੰਦੇ ਖਾਂ, ਸੈਦੁੱਲਾ ਖਾਂ ਆਦਿ ਸਰਦਾਰ ਅਬਦਾਲੀ ਨਾਲ ਆ ਮਿਲੇ। 9 ਜਨਵਰੀ 1760 ਈਸਵੀ ਦਿੱਲੀ ਦੇ ਨੇੜੇ ਜਮਨਾ ਦੇ ਬਰਾਰੀ ਘਾਟ ਉੱਤੇ ਦੁਰਾਨੀਆਂ ਤੇ ਮਰਾਠਿਆਂ ਵਿੱਚ ਫੇਰ ਲੜਾਈ ਹੋਈ, ਜਿਸ ਵਿੱਚ ਦੱਤਾ ਜੀ ਮਾਰਿਆ ਗਿਆ ਤੇ ਉਸ ਦਾ ਭਤੀਜਾ ਜਨਕੋਜ਼ੀ ਜ਼ਖਮੀ ਹੋਇਆ। 14 ਮਾਰਚ 1760 ਈਸਵੀ ਨੂੰ ਸਿਕੰਦਰਾਬਾਦ ਕੋਲ ਮਲਹਾਰ ਰਾਓ ਦੁਰਾਨੀਆਂ ਨਾਲ ਲੜ ਕੇ ਹਾਰ ਗਿਆ। ਇੱਥੋਂ ਅਬਦਾਲੀ ਅਲੀਗੜ੍ਹ ਜਾ ਬੈਠਾ ਤੇ ਲੱਗਾ ਮੁਸਲਮ ਹਾਕਮਾਂ ਨੂੰ ਆਪਣੇ ਨਾਲ ਮਿਲਾ ਕੇ ਆਪਣੀ ਤਾਕਤ ਵਧਾਉਣ। ਇੱਥੇ ਉਸ ਨੂੰ ਲਖਨਊ ਦਾ ਹਾਕਮ ਸਜਾਉਦੌਲਾ 40,000 ਫੌਜ ਸਣੇ ਆ ਮਿਲਿਆ। ਉਧਰ ਪੇਸ਼ਵਾ ਦਾ ਭਰਾ ਸਦਾ ਸ਼ਿਵ ਭਾਊ ਬੜੀ ਭਾਜੀ ਮਰਹੱਟਾ ਫੌਜ ਲੈ ਕੇ ਆ ਗਿਆ। 22 ਜੁਲਾਈ ਨੂੰ ਉਹਨੇ ਸ਼ਹਿਰ ਦਿੱਲੀ ਉੱਤੇ ਕਬਜ਼ਾ ਕਰ ਲਿਆ ਤੇ 2 ਅਗਸਤ ਨੂੰ ਦਿੱਲੀ ਦਾ ਕਿਲਾ ਮੱਲ ਲਿਆ। 17 ਅਕਤੂਬਰ ਨੂੰ ਭਾਊ ਨੇ ਕੁੰਜਪੁਰਾ ਮੱਲ ਲਿਆ ਤੇ ਅਵਧ ਸਮਦ ਖਾਂ ਤੇ ਨਜਾਬਤ ਖਾਂ ਕਤਲ ਕਰ ਦਿੱਤੇ। ਯੂਪੀ ਤੇ ਪੰਜਾਬ ਦੇ ਸਾਰੇ ਮੁਸਲਮਾਨ ਫੌਜਦਾਰਾਂ ਨੂੰ ਨਾਲ ਲੈ ਕੇ ਅਬਦਾਲੀ 23 ਅਕਤੂਬਰ ਨੂੰ ਜਮਨਾ ਟੱਪ ਕੇ 24 ਨੂੰ ਪਾਣੀਪਤ ਆ ਬੈਠਾ। ਮਰਹੱਟਾ ਜਰਨੈਲ ਭਾਊ ਵੀ ਪਾਣੀਪਤ ਦੀ ਦੂਸਰੀ ਬਾਹੀ ਆ ਬੈਠਾ। ਦੋਹਾਂ ਦਲਾਂ ਦੀ ਗਿਣਤੀ ਬਰਾਬਰ ਸੀ। 3 ਮਹੀਨੇ ਦੋਵੇਂ ਫੌਜਾਂ ਆਮੋ ਸਾਹਮਣੇ ਬੈਠੀਆਂ ਰਹੀਆਂ। ਆਏ ਦਿਨ ਛੋਟੀਆਂ ਮੋਟੀਆਂ ਝੜਪਾਂ ਹੁੰਦੀਆਂ ਰਹੀਆਂ। ਅੰਤ 14 ਜਨਵਰੀ 1761 ਈਸਵੀ ਨੂੰ ਪਾਣੀਪਤ ਦੀ ਪ੍ਰਸਿੱਧ ਤੀਜੀ ਲੜਾਈ ਹੋਈ, ਜਿਸ ਵਿੱਚ ਮਰਹੱਟੇ ਹਾਰ ਗਏ। ਮਰਹੱਟਿਆਂ ਦਾ ਸੈਨਾਪਤੀ ਸਦਾ ਸ਼ਿਵ ਭਾਊ, ਜਨਕੋ ਰਾਓ, ਅੰਤਾਜੀ ਮਾਨਕੇਸ਼ਵਰ ਆਦਿ ਕਈ ਨਾਮਵਰ ਜਰਨੈਲ ਮਾਰੇ ਗਏ। ਪੇਸ਼ਵਾ ਦਾ ਪੁੱਤਰ ਵਿਸ਼ਵਾਸ ਰਾਓ ਜ਼ਖਮੀ ਹੋਇਆ। 60-70 ਹਜ਼ਾਰ ਮਰਹੱਟੇ ਕਤਲ ਹੋ ਗਏ। ਕਈਆਂ ਨੇ ਮਰਨ ਵਾਲਿਆਂ ਦੀ ਗਿਣਤੀ 1 ਲੱਖ ਤੱਕ ਲਿਖੀ ਹੈ। ਇਸੇ ਗਮ ਨਾਲ ਮਰਹੱਟਾ ਪੇਸ਼ਵਾ 6 ਮਹੀਨੇ ਬਿਮਾਰ ਰਹਿ ਕੇ ਮਰ ਗਿਆ। ਮਰਹੱਟਿਆਂ ਉੱਤੇ ਇੱਕ ਅਜਿਹੀ ਸੱਟ ਸੀ ਜਿਸ ਪਿੱਛੋਂ ਉਹ ਫਿਰ ਉਸ ਤਾਕਤ ਵਿੱਚ ਨਾ ਆ ਸਕੀ। ਇਸੇ ਲੜਾਈ ਵਿੱਚੋਂ 22,000 ਮਰਹੱਟਾ ਇਸਤਰੀਆਂ, ਬੱਚੇ ਤੇ ਮਰਦ ਦੁਰਾਨੀਆਂ ਕੈਦ ਕਰ ਲਏ।
ਕਰੋੜਾਂ ਰੁਪਏ ਦਾ ਮਾਲ ਅਬਦਾਲੀ ਦੇ ਕਾਬੂ ਆਇਆ। 29 ਜਨਵਰੀ ਨੂੰ ਅਬਦਾਲੀ ਦਿੱਲੀ ਵਿੱਚ ਦਾਖਲ ਹੋਇਆ ਤੇ 21 ਮਾਰਚ ਤੱਕ ਸ਼ਹਿਰ ਤੇ ਇਲਾਕਾ ਦਿਲ ਖੋਲ੍ਹ ਕੇ ਲੁੱਟਿਆ। 22 ਮਾਰਚ 1761 ਈਸਵੀ ਨੂੰ ਉਹ ਦਿੱਲੀ ਤੋਂ ਕਾਬਲ ਨੂੰ ਰਵਾਨਾ ਹੋਇਆ। ਦਿੱਲੀ ਨੂੰ ਜਾਂਦਾ ਹੋਇਆ ਅਬਦਾਲੀ ਲਾਹੌਰ ਦਾ ਸੂਬੇਦਾਰ ਕਰੀਮਦਾਦ ਖਾਂ ਨੂੰ ਬਣਾ ਗਿਆ ਸੀ। ਉਹ ਨਵੰਬਰ 1759 ਤੋਂ ਮਾਰਚ 1760 ਤੱਕ ਲਾਹੌਰ ਵਿੱਚ ਰਿਹਾ। ਮਾਰਚ ਵਿੱਚ ਅਬਦਾਲੀ ਨੇ ਕਰੀਮਦਾਦ ਖਾਂ ਤੇ ਜੈਨ ਖਾਂ ਨੂੰ ਆਪਣੇ ਕੋਲ ਬੁਲਾ ਲਿਆ। ਸੋ ਪੰਜਾਬ ਦੀ ਸੂਬੇਦਾਰੀ ਸਰਬੁਲੰਦ ਖਾਂ ਨੂੰ ਦਿੱਤੀ ਗਈ। ਉਹ ਇੰਨਾ ਦਲੇਰ ਸੀ ਕਿ ਸਿੱਖਾਂ ਤੋਂ ਡਰਦਾ ਜਲੰਧਰ ਹੀ ਬਹਿ ਗਿਆ। ਲਾਹੌਰ ਪਹੁੰਚਣ ਦਾ ਹੌਸਲਾ ਹੀ ਨਾ ਕੀਤਾ। ਉਹਨੇ ਆਪਣੇ ਵੱਲੋਂ ਸਯਾਦ ਤਿਆਰ ਖਾਂ ਨੂੰ ਨਾਇਬ ਸੂਬੇਦਾਰ ਬਣਾ ਕੇ ਲਾਹੌਰ ਭੇਜ ਦਿੱਤਾ। ਇਸ ਸਮੇਂ ਰੁਸਤਮ ਖਾਂ ਨੂੰ ਚਾਰ ਮੁਹਾਲ ਦਾ ਤੇ ਸਮਦ ਖਾਂ ਨੂੰ ਸਰਹੰਦ ਦਾ ਫੌਜਦਾਰ ਬਣਾਇਆ ਗਿਆ। ਇਸ ਸਮੇਂ ਸਿੰਘਾਂ ਨੇ ਆਪੋ ਆਪਣੇ ਇਲਾਕੇ ਫੇਰ ਮੰਨ ਲਏ ਤੇ ਇਲਾਕਿਆਂ ਵਿੱਚ ਥਾਂ ਥਾਂ ਕਿਲੇ ਬਣਾ ਲਏ। ਸਰਦਾਰ ਚੜ੍ਹਤ ਸਿੰਘ ਨੇ ਗੁੱਜਰਾਂ ਵਾਲੇ ਵਿੱਚ ਕਿਲਾ ਬਣਾ ਲਿਆ ਤੇ ਟਾਕਰੇ ਲਈ ਉਸ ਨੂੰ ਚੰਗੀ ਤਰ੍ਹਾਂ ਪੱਕਾ ਕੀਤਾ। ਇਲਾਕਿਆਂ ਦੇ ਇਲਾਕੇ ਸਿੱਖਾਂ ਦੇ ਕਬਜ਼ੇ ਵਿੱਚ ਚਲੇ ਗਏ। ਪਿੰਡਾਂ ਦੇ ਜ਼ਮੀਂਦਾਰ ਬਹੁਤੇ ਆਪ ਸਿੱਖ ਬਣ ਗਏ ਤੇ ਰਹਿੰਦਿਆਂ ਨੇ ਸਿੱਖਾਂ ਦੀ ਈਨ ਮੰਨ ਲਈ। ਪਠਾਣਾਂ ਦਾ ਰਾਜ ਕੇਵਲ ਸ਼ਹਿਰਾਂ ਦੀਆਂ ਕੰਧਾਂ ਦੇ ਅੰਦਰ ਅੰਦਰ ਹੀ ਰਹਿ ਗਿਆ ਸੀ। ਬਾਹਰ ਪਿੰਡਾਂ ਵਿੱਚ ਸਾਰੇ ਸਿੱਖਾਂ ਦਾ ਰਾਜ ਕਾਇਮ ਹੋ ਗਿਆ ਸੀ। ਕੋਈ ਹਾਕਮ ਦਲੇਰੀ ਕਰਕੇ ਸ਼ਹਿਰੋਂ ਬਾਹਰ ਨਿਕਲਦਾ ਵੀ ਤਾਂ ਉਸ ਨੂੰ ਆਪਣੀ ਭੁੱਲ ਉੱਤੇ ਜ਼ਰੂਰ ਪਛਤਾਉਣਾ ਪੈਂਦਾ। ਸਿਆਲਕੋਟ ਦੇ ਫੌਜਦਾਰ ਰੁਸਤਮ ਖਾਂ ਨੇ ਅਜਿਹੀ ਭੁੱਲ ਕੀਤੀ। ਅਕਤੂਬਰ 1760 ਈਸਵੀ ਵਿੱਚ ਉਹ ਫੌਜ ਲੈ ਕੇ ਸਿੱਖਾਂ ਦੇ ਮਗਰ ਪਿਆ। ਲੜਾਈ ਵਿੱਚ ਉਹਦੀ ਫੌਜ ਹਾਰ ਗਈ ਤੇ ਉਹ ਸਿੱਖਾਂ ਦੇ ਕਾਬੂ ਆ ਗਿਆ। ਅੰਤ ਉਹਨੇ ਨਜਰਾਨਾ ਦੇ ਕੇ ਸਿੱਖਾਂ ਤੋਂ ਰਿਹਾਈ ਪਾਈ। ਸਾਰਾ ਉਦਾਲਾ ਮੱਲ ਕੇ ਸਿੱਖ ਲਾਹੌਰ ਦੇ ਨੇੜੇ ਆ ਟੁਕੇ। ਉਹਨਾਂ ਸ਼ਹਿਰ ਦੀਆਂ ਕੰਧਾਂ ਤੱਕ ਛਾਪੇ ਮਾਰ ਮਾਰ ਕੇ ਸੂਬੇਦਾਰ ਦਾ ਨੱਕ ਦਮ ਕਰ ਦਿੱਤਾ। ਬਾਹਰ ਨਿਕਲ ਕੇ ਸਿੱਖਾਂ ਦਾ ਟਾਕਰਾ ਕਰਨ ਦੀ ਸਿਆਦ ਤਾਰ ਖਾਂ ਦੀ ਵਿੱਚ ਹਿੰਮਤ ਨਹੀਂ ਸੀ। ਸੋ ਉਹਨੇ ਤੰਗ ਆ ਕੇ ਲਾਹੌਰ ਦੀ ਹਕੂਮਤ ਵੱਲੋਂ ਆਪਣਾ ਤਿਆਗ ਪੱਤਰ ਸਰਬੁਲੰਦ ਖਾਂ ਦੀ ਸੇਵਾ ਵਿੱਚ ਭੇਜ ਦਿੱਤਾ। ਪਰ ਸਦਕੇ ਆਖੋ ਸਰਬੁਲੰਦ ਖਾਂ ਦੇ, ਉਹ ਫੇਰ ਵੀ ਜਲੰਧਰੋਂ ਬਾਹਰ ਨਾ ਨਿਕਲਿਆ। ਉਹਨੇ ਉੱਤੇ ਬੈਠੇ ਹੀ ਲਾਹੌਰ ਦੀ ਹਕੂਮਤ ਦੀਵਾਨ ਸੂਰਤ ਸਿੰਘ ਦੇ ਨਾਮ ਲਿਖ ਭੇਜੀ। ਦੀਵਾਨ ਇਹ ਕੰਮ ਸੰਭਾਲਣ ਵਾਸਤੇ ਤਿਆਰ ਨਹੀਂ ਸੀ, ਪਰ ਕੁਝ ਚਿਰ ਵਾਸਤੇ ਬਦੋ ਬਦੀ ਇਹ ਅਹੁਦਾ ਉਹਦੇ ਮੱਥੇ ਮੜਿਆ ਗਿਆ। ਅੰਤ ਮੀਰ ਮੁਹੰਮਦ ਖਾਂ ਨੂੰ ਲਾਹੌਰ ਦਾ ਹਾਕਮ ਬਣਾ ਕੇ ਭੇਜਿਆ ਗਿਆ। ਦੀਵਾਲੀ ਉੱਤੇ ਸਿੰਘ ਅੰਮ੍ਰਿਤਸਰ ਇਕੱਠੇ ਹੋਏ ਤਾਂ ਉਹਨਾਂ ਲਾਹੌਰ ਉੱਤੇ ਹਮਲਾ ਕਰਨ ਦਾ ਗੁਰਮਤਾ ਕੀਤਾ। ਕੁਝ ਦਿਨਾਂ ਪਿੱਛੋਂ ਵੀ 15,000 ਸਿੰਘਾਂ ਨੇ ਜਾ ਕੇ ਲਾਹੌਰ ਨੂੰ ਘੇਰਾ ਪਾ ਲਿਆ। ਮੀਰ ਮੁਹੰਮਦ ਖਾਂ ਨੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ ਤੇ ਆਪ ਕਿਲੇ ਵਿੱਚ ਜਾ ਲੁਕਿਆ। ਸਿੰਘਾਂ ਨੇ ਦਰਵਾਜ਼ਿਆਂ ਤੋਂ ਬਾਹਰਲੀਆਂ ਵਸਤੂਆਂ ਲੁੱਟ ਲਈਆਂ। ਸੂਬੇਦਾਰ ਨੇ ਕਿਲਿਓਂ ਬਾਹਰ ਝਾਤੀ ਤੱਕ ਨਾ ਪਾਈ। ਸਿੰਘਾਂ ਨੇ ਸ਼ਹਿਰ ਦੇ ਦਰਵਾਜ਼ੇ ਤੋੜਨ ਦੀ ਧਮਕੀ ਦਿੱਤੀ ਤਾਂ ਸੂਬੇਦਾਰ ਨੇ ਸ਼ਹਿਰ ਦੇ ਚੌਧਰੀਆਂ ਹੱਥੀਂ 30 ਲੱਖ ਨਜ਼ਰਾਨੇ ਵਜੋਂ ਸਿੰਘਾਂ ਦੀ ਭੇਟਾ ਕਰ ਦਿੱਤਾ। ਨਜ਼ਰਾਨਾ ਲੈ ਕੇ ਸਿੰਘ ਵਾਪਸ ਅੰਮ੍ਰਿਤਸਰ ਆ ਗਏ। ਇਸੇ ਸਮੇਂ ਸਿੰਘਾਂ ਦੇ ਇੱਕ ਜਥੇ ਨੇ ਹਮਲਾ ਕਰਕੇ ਕਲਾਨੌਰ ਲੁੱਟ ਲਿਆ ਤੇ ਉੱਥੋਂ ਦਾ ਸੈਯਦ ਹਸਨ ਅਲੀ ਕਤਲ ਕਰ ਦਿੱਤਾ। ਇਸ ਵੇਲੇ ਸਿੰਘਾਂ ਦੀ ਤਾਕਤ ਬਹੁਤ ਵੱਧ ਗਈ ਸੀ। ਅਬਦਾਲੀ ਦਿੱਲੀ ਵਿੱਚ ਬੈਠਾ ਸੀ ਤੇ ਸਤਲੁਜ ਤੋਂ ਲੈ ਕੇ ਚਨਾਬ ਪਾਰ ਤੱਕ ਦਾ ਸਾਰਾ ਇਲਾਕਾ ਸਿੰਘਾਂ ਨੇ ਮੱਲਿਆ ਹੋਇਆ ਸੀ। 22 ਮਾਰਚ 1761 ਈਸਵੀ ਨੂੰ ਅਬਦਾਲੀ ਦਿੱਲੀੋਂ ਤੁਰ ਕੇ ਸਰਹੰਦ ਆ ਬੈਠਾ। ਪਾਣੀਪਤ ਦੀ ਲੜਾਈ ਵਿੱਚ ਸਰਦਾਰ ਆਲਾ ਸਿੰਘ ਪਟਿਆਲਾ ਨੇ
ਮਰਹੱਟਿਆਂ ਦੀ ਮਦਦ ਕੀਤੀ। ਸੋ ਅਬਦਾਲੀ ਨੇ ਉਸ ਦੇ ਫੜਨ ਵਾਸਤੇ ਬਰਨਾਲੇ ਵੱਲ ਫੌਜ ਭੇਜੀ, ਪਰ ਉਹ ਫੌਜ ਪਹੁੰਚਣ ਤੋਂ ਪਹਿਲਾਂ ਆਪ ਹੀ ਹਾਜ਼ਰ ਹੋ ਗਿਆ। ਅਬਦਾਲੀ ਨੇ ਆਲਾ ਸਿੰਘ ਨੂੰ ਕੈਦ ਕਰ ਲਿਆ। ਉਸ ਦੀ ਪ੍ਰਸਿੱਧ ਰਾਣੀ ਫੱਤੋ ਨੇ ਵਜ਼ੀਰ ਸ਼ਾਹ ਅਲੀ ਖਾਂ ਰਾਹੀਂ 3 ਲੱਖ ਨਜ਼ਰਾਨਾ ਅਬਦਾਲੀ ਨੂੰ ਉਤਾਰ ਦਿੱਤਾ ਤੇ ਆਪਣੇ ਪਤੀ ਸਰਦਾਰ ਆਲਾ ਸਿੰਘ ਨੂੰ ਛੁਡਾ ਲਿਆ। ਅਬਦਾਲੀ ਨੇ ਖੁਸ਼ ਹੋ ਕੇ ਸਰਦਾਰ ਆਲਾ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ। ਜੈਨ ਖਾਂ ਨੂੰ ਸਰਹੰਦ ਦਾ ਸੂਬੇਦਾਰ ਛੱਡ ਕੇ ਅਬਦਾਲੀ ਲਾਹੌਰ ਨੂੰ ਤੁਰਿਆ। ਉਹ ਸਤਲੁਜ ਟੱਪਿਆ ਤਾਂ ਸਿੰਘਾਂ ਵੀ ਦਰਸ਼ਨ ਦਿੱਤੇ। ਸਤਲੁਜ ਦੇ ਕੰਢਿਆਂ ਉੱਤੋਂ ਹੀ ਸਿੰਘਾਂ ਨੇ ਅਬਦਾਲੀ ਦੀ ਫੌਜ ਲੁੱਟਣੀ ਸ਼ੁਰੂ ਕਰ ਦਿੱਤੀ। ਦੁਰਾਨੀ ਫੌਜ ਲੁੱਟ ਦੇ ਮਾਲ ਨਾਲ ਲੱਦੀ ਹੋਈ ਸੀ, ਇਸ ਵਾਸਤੇ ਉਹ ਸਿੰਘਾਂ ਦਾ ਪਿੱਛਾ ਨਹੀਂ ਕਰ ਸਕਦੀ ਸੀ। ਸਿੰਘ ਛੋਟੇ ਛੋਟੇ ਜਥੇ ਬਣਾ ਕੇ ਰਾਤ ਨੂੰ ਚੁਫੇਰਿਓਂ ਛਾਪੇ ਮਾਰਦੇ ਤੇ ਦੁਰਾਨੀਆਂ ਨੂੰ ਲੁੱਟ ਮਾਰ ਕੇ ਦਿਨੇ ਦੂਰ ਜੰਗਲਾਂ ਵਿੱਚ ਜਾ ਲੁਕਦੇ। ਇਹ ਖੇਡ ਰੋਜ਼ ਹੁੰਦੀ ਰਹਿੰਦੀ। ਜਦ ਗੋਇੰਦਵਾਲ ਦੇ ਪੱਤਣ ਤੋਂ ਅਬਦਾਲੀ ਬਿਆਸ ਟੱਪਣ ਲੱਗਾ, ਸਿੰਘਾਂ ਨੇ ਹੱਲਾ ਕਰਕੇ ਲੱਖਾਂ ਰੁਪਏ ਦਾ ਮਾਲ ਲੁੱਟਿਆ ਤੇ ਹਜ਼ਾਰਾਂ ਇਸਤਰੀਆਂ ਪੁਰਸ਼ ਦੁਰਾਨੀਆਂ ਦੀ ਕੈਦ ਚੋਂ ਛੁਡਾ ਲਏ। ਉਹਨਾਂ ਨੂੰ ਪੱਲਿਓਂ ਖਰਚ ਦੇ ਕੇ ਸਿੰਘਾਂ ਨੇ ਉਹਨਾਂ ਦੇ ਘਰੀਂ ਪਹੁੰਚਾ ਦਿੱਤਾ। ਲਾਹੌਰ ਪਹੁੰਚ ਕੇ ਅਬਦਾਲੀ ਨੇ ਸਿੰਘਾਂ ਮਗਰ ਫੌਜ ਚੜਾਈ, ਪਰ ਆਪਣੇ ਕੰਮ ਵਿੱਚ ਉਸ ਨੂੰ ਬਹੁਤੀ ਸਫਲਤਾ ਨਾ ਹੋਈ। ਉਹ ਫੌਜ ਪਿੰਡਾਂ ਵਿੱਚੋਂ ਥੋੜ੍ਹੇ ਜਿਹੇ ਸਿੰਘ ਫੜ ਕੇ ਲਿਆਈ, ਜਿਨ੍ਹਾਂ ਵਿੱਚ ਪਿੰਡ ਕਾਨੇ ਦਾ ਸਰਦਾਰ ਹਾਠੂ ਸਿੰਘ ਵੀ ਸੀ। ਇਸਲਾਮ ਨਾ ਮੰਨਣ ਉੱਤੇ ਸਰਦਾਰ ਹਾਠੂ ਸਿੰਘ ਦੀਆਂ ਲੱਤਾਂ ਨੂੰ ਸੰਗਲ ਪਾ ਕੇ 2 ਹਾਥੀਆਂ ਦੇ ਪੈਰਾਂ ਨਾਲ ਬੰਨ੍ਹ ਕੇ ਉਹਨਾਂ ਨੂੰ ਵੱਖੋ ਵੱਖ ਪਾਸੀਂ ਤੋਰ ਕੇ ਸਿੰਘ ਨੂੰ ਵਿੱਚੋਂ ਚੀਰ ਕੇ ਮਰਵਾ ਦਿੱਤਾ। ਤੁਰਨ ਤੋਂ ਪਹਿਲਾਂ ਅਬਦਾਲੀ ਨੇ ਹਾਕਮਾਂ ਦੀ ਵੰਡ ਇਉਂ ਕੀਤੀ। ਉਬੇਦ ਖਾਂ ਲਾਹੌਰ ਦਾ ਸੂਬੇਦਾਰ, ਸਰਬੁਲੰਦ ਖਾਂ ਮੁਲਤਾਨ ਦਾ ਸੂਬੇਦਾਰ, ਰਾਜਾ ਘੁਮੰਡ ਚੰਦ ਜਲੰਧਰ ਦਾ ਫੌਜਦਾਰ ਤੇ ਸਿਆਦਤ ਖਾਂ ਤੇ ਸਦੀਕ ਖਾਂ ਅਫਰੀਦੀ ਰਾਜੇ ਨੇ ਨਾਇਬ ਬਣਾਏ। ਸਾਰਿਆਂ ਹਾਕਮਾਂ ਨੂੰ ਸਿੱਖਾਂ ਦੀ ਤਬਾਹੀ ਦਾ ਹੁਕਮ ਦੇ ਕੇ ਮਈ ਵਿੱਚ ਅਬਦਾਲੀ ਲਾਹੌਰੋਂ ਦੇਸ਼ ਨੂੰ ਤੁਰਿਆ। ਉਹ ਸ਼ਹਿਰੋਂ ਬਾਜ਼ਾਰ ਹੋਇਆ ਤਾਂ ਸਿੰਘਾਂ ਫਿਰ ਆਪਣਾ ਕੰਮ ਆਰੰਭ ਦਿੱਤਾ। ਸਿੰਘ ਡਟਵਾਂ ਹਮਲਾ ਕਰਕੇ ਲੜਨ ਦੀ ਥਾਂ ਛਾਪੇ ਮਾਰਦੇ ਤੇ ਲੁੱਟ ਦਾ ਮਾਲ ਖੋਹ ਕੇ ਨੱਸ ਜਾਂਦੇ। ਜਿਹਲਮ ਕੰਡੇ ਸਿੰਘਾਂ ਨੇ ਬੜਾ ਮਾਰੂ ਹੱਲਾ ਕੀਤਾ। ਇਸ ਲੜਾਈ ਦੇ ਮੋਢੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਸਨ। ਇੱਥੇ ਦੁਰਾਨੀਆਂ ਦਾ ਬੜਾ ਨੁਕਸਾਨ ਹੋਇਆ। ਸਿੰਘਾਂ ਨੇ ਬਾਕੀ ਢੱਕਾਂ ਵੀ ਦੁਰਾਨੀਆਂ ਤੋਂ ਛੁਡਾ ਲਈਆਂ ਤੇ ਖਰਚ ਦੇ ਕੇ ਘਰੋਂ ਘਰੀ ਪਹੁੰਚਾ ਦਿੱਤੀਆਂ। ਇਸ ਨੇਕੀ ਬਦਲੇ ਸਿੰਘਾਂ ਦਾ ਜਸ ਸਾਰੇ ਦੇਸ਼ ਵਿੱਚ ਖਿਲਰ ਗਿਆ। ਸਿੰਘਾਂ ਅਜੇ ਵੀ ਅਬਦਾਲੀ ਦਾ ਪਿੱਛਾ ਨਾ ਛੱਡਿਆ। ਉਹ ਉਸ ਨੂੰ ਅਟਕੋਂ ਪਾਰ ਕਰਕੇ ਮੁੜੇ। ਜੂਨ 1761 ਈਸਵੀ ਵਿੱਚ 40,000 ਸਿੰਘ ਅਬਦਾਲੀ ਦਾ ਪਿੱਛਾ ਛੱਡ ਕੇ ਮੁੜੇ ਤਾਂ ਉਹਨਾਂ ਗੁਜਰਾਤ ਤੇ ਵਜ਼ੀਰਾਬਾਦ ਲੁੱਟ ਲਏ। ਇੱਥੋਂ ਉਹ ਸਿਆਲਕੋਟ ਵੱਲ ਵਧੇ। ਉੱਥੋਂ ਦਾ ਫੌਜਦਾਰ ਖਵਾਜਾ ਮਿਰਜ਼ਾ ਖਾਂ ਟਾਕਰੇ ਵਾਸਤੇ ਆਇਆ, ਜੋ ਪਹਿਲੇ ਹੱਲੇ ਵਿੱਚ ਹੀ ਮਾਰਿਆ ਗਿਆ। ਸਿੰਘਾਂ ਨੇ ਸ਼ਹਿਰ ਲੁੱਟ ਲਿਆ। ਰਾਵੀ ਟੱਪ ਕੇ ਸਾਰਾ ਜਥਾ ਰਿਆੜਕੀ ਵਿੱਚ ਆ ਵੜਿਆ। ਆਕੀ ਇਲਾਕੇ ਸੋਧੇ ਤੇ ਆਪਣੀ ਰਾਖੀ ਵਿੱਚ ਆਏ ਹੋਏ ਇਲਾਕੇ ਪੱਕੇ ਕਰਕੇ ਉਹ ਦੁਆਬਾ ਜਲੰਧਰ ਵਿੱਚ ਜਾ ਵੜੇ। ਉੱਥੋਂ ਦੇ ਹਾਕਮ ਸਿਆਦਤ ਖਾਂ ਤੇ ਸਦੀਕ ਖਾਂ ਅਫਰੀਦੀ ਟਾਕਰੇ ਵਾਸਤੇ ਆਏ, ਪਰ ਹਾਰ ਕੇ ਦੁਆਬਾ ਛੱਡ ਕੇ ਹੀ ਨੱਸ ਗਏ। ਸਿੰਘਾਂ ਨੂੰ ਪਤਾ ਲੱਗਾ ਕਿ ਜੈਨ ਖਾਂ ਸਰਹੰਦ ਵਿੱਚੋਂ ਬਾਹਰ ਗਿਆ ਹੋਇਆ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿੱਚ ਸਿੰਘ ਰਾਤੋਂ ਰਾਤ ਧਾਈ ਕਰਕੇ ਸਰਹੰਦ ਜਾ ਵੜੇ।
उस वेले मलेरकोटले वाला भीखण खां सरहंद विच सी। ਉਹਨੇ किला ਤਾਂ लुट्टे जाण ਤੋਂ बचा लिया, पर बाकी ਦਾ शहर ਸਿੰਘਾਂ ਨੇ लुट लिया। खबर सुन के जैन खां वापस सरहंद ਨੂੰ ਮੁੜਿਆ, पर ਉਹਦੇ ਆਉਣ ਤੋਂ ਪਹਿਲਾਂ ਹੀ ਸਿੰਘ ਦੂਰ ਨਿਕਲ ਗਏ। ਜਥੇ ਨਾਲੋਂ ਵਿਛੜੇ ਹੋਏ 4-5 ਸਿੰਘ ਵੈਰੀ ਦੇ ਕਾਬੂ ਆ ਗਏ, ਜੋ ਸਰਹੰਦ ਵਿੱਚ ਕੈਦ ਕਰ ਦਿੱਤੇ ਗਏ। ਜੈਨ ਖਾਂ ਦੀ ਬੇਗਮ ਨੇ ਉਸ ਨੂੰ ਕਿਹਾ ਕਿ ਮੈਂ ਸਿੰਘ ਕਦੇ ਨਹੀਂ ਵੇਖੇ। ਉਸ ਦਾ ਚਾਅ ਪੂਰਾ ਕਰਨ ਬਦਲੇ ਕੈਦੀ ਸਿੰਘਾਂ ਨੂੰ ਸ਼ਸਤਰ ਸਜਾ ਕੇ ਪੈਰੀ ਬੇੜੀਆਂ ਪਾ ਕੇ ਉਸ ਦੇ ਸਾਹਮਣੇ ਕੀਤਾ ਗਿਆ। ਸਿੰਘਾਂ ਦੇ ਦਰਸ਼ਨ ਕਰਦਿਆਂ ਹੀ ਬੇਗਮ ਡਰ ਨਾਲ ਬੇਹੋਸ਼ ਹੋ ਕੇ ਡਿੱਗ ਪਈ। ਸਰਹੰਦੋਂ ਨਿਕਲ ਕੇ ਸਿੰਘਾਂ ਨੇ ਮਲੇਰਕੋਟਲਾ ਆ ਲੁੱਟਿਆ। ਇੱਥੋਂ ਵਿਹਲੇ ਹੋ ਕੇ ਸਿੰਘ ਪੱਟੀ ਵੱਲ ਵਧੇ। ਜਦ ਅਬਦਾਲੀ ਲਾਹੌਰ ਵਿੱਚ ਸੀ, ਪੱਟੀ ਦੇ ਮੀਰ ਮੁਹੰਮਦ ਨੇ ਪਿੰਡਾਂ ਵਿੱਚੋਂ ਕੁਝ ਸਿੰਘਣੀਆਂ ਬੰਨ੍ਹ ਲਿਆਂਦੀਆਂ ਸਨ। ਜੇਲ੍ਹ ਵਿੱਚ ਉਹਨਾਂ ਨੂੰ ਬੜੇ ਕਸ਼ਟ ਦਿੱਤੇ ਗਏ। ਉਹਨਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੁੰਘਦੇ ਬਾਲ ਕਤਲ ਕੀਤੇ ਗਏ ਤੇ ਬੂਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ। ਇਹ ਖਬਰ ਦਲ ਖਾਲਸੇ ਵਿੱਚ ਪੁੱਜੀ ਤਾਂ ਉਹ ਦਰਿਆ ਟੱਪ ਕੇ ਪੱਟੀ ਉੱਤੇ ਆ ਪਏ। ਮੀਰ ਮੁਹੰਮਦ ਕਤਲ ਕਰਕੇ ਸਾੜ ਦਿੱਤਾ ਗਿਆ ਤੇ ਸਿੰਘਣੀਆਂ ਜੇਲ੍ਹ ਵਿੱਚੋਂ ਕੱਢ ਕੇ ਘਰੋਂ ਘਰੀ ਪਹੁੰਚਾਈਆਂ ਗਈਆਂ। ਸਿੰਘਾਂ ਨੂੰ ਖਬਰ ਮਿਲੀ ਕਿ ਅਬਦਾਲੀ ਦਾ ਭੇਜਿਆ ਹੋਇਆ ਜਰਨੈਲ ਨੂਰੂਦੀਨ ਫੌਜ ਲੈ ਕੇ ਪੰਜਾਬ ਵਿੱਚ ਆ ਵੜਿਆ ਹੈ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਕੁਝ ਹੋਰ ਮਿਸਲਾਂ ਦੇ ਸਰਦਾਰਾਂ ਨੂੰ ਨਾਲ ਲੈ ਕੇ ਨੂਰੂਦੀਨ ਨੂੰ ਝਨਾ ਕੰਢੇ ਜਾ ਰੋਕਿਆ। ਬੜੀ ਲਹੂ ਡੋਲਵੀਂ ਲੜਾਈ ਹੋਈ। ਨੂਰੂਦੀਨ ਹਾਰ ਕੇ ਸਿਆਲਕੋਟ ਜਾ ਵੜਿਆ। ਸਰਦਾਰ ਚੜ੍ਹਤ ਸਿੰਘ ਨੇ ਉਸ ਨੂੰ ਉੱਥੇ ਜਾ ਕੇ ਰਿਹਾ। ਨੂਰੂਦੀਨ ਇੱਕ ਰਾਤ ਫਕੀਰੀ ਭੇਸ ਵਿੱਚ ਨੱਸ ਗਿਆ ਤੇ ਉਸ ਦੀ 12,000 ਦੁਰਾਨੀ ਫੌਜ ਨੇ ਹਥਿਆਰ ਸੁੱਟ ਦਿੱਤੇ। ਇਹ ਘਟਨਾ ਅਗਸਤ 1761 ਈਸਵੀ ਦੀ ਹੈ। ਸਰਦਾਰ ਚੜ੍ਹਤ ਸਿੰਘ ਨੇ ਸਿਆਲਕੋਟ ਲੁੱਟ ਲਿਆ। ਦੁਰਾਨੀ ਫੌਜ ਦਾ ਜੰਗੀ ਸਮਾਨ ਉਸ ਦੇ ਕਾਬੂ ਆ ਗਿਆ, ਜੋ ਉਹ ਗੁੱਜਰਾਂ ਵਾਲੇ ਆਪਣੇ ਕਿਲੇ ਵਿੱਚ ਲੈ ਆਇਆ। ਇਸ ਵੇਲੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਦੀ ਤਾਕਤ ਚੰਗੀ ਵੱਧ ਗਈ ਸੀ। ਉਹਨੇ ਗੁੱਜਰਾਂ ਵਾਲੇ ਦੇ ਕਿਲੇ ਨੂੰ ਤਕੜਾ ਕਰ ਲਿਆ। ਲਾਹੌਰ ਦੇ ਇੰਨੇ ਨੇੜੇ ਸਿੱਖਾਂ ਦੀ ਵੱਧਦੀ ਤਾਕਤ ਵੇਖ ਕੇ ਸੂਬੇਦਾਰ ਉਬੇਦ ਖਾਂ ਸੜ ਬਲ ਗਿਆ। ਉਹਨੇ 20,000 ਫੌਜ ਤੇ ਤੋਪਖਾਨਾ ਲੈ ਕੇ ਗੁੱਜਰਾਂ ਵਾਲੇ ਵਿੱਚ ਸਰਦਾਰ ਚੜ੍ਹਤ ਸਿੰਘ ਨੂੰ ਜਾ ਘੇਰਿਆ। 13 ਦਿਨ ਘੇਰਾ ਰਿਹਾ। ਬਾਕੀ ਸਿੰਘਾਂ ਨੂੰ ਪਤਾ ਲੱਗਾ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਏ, ਸਰਦਾਰ ਹਰੀ ਸਿੰਘ ਭੱਗੀ, ਸਰਦਾਰ ਗੁੱਜਰ ਸਿੰਘ, ਸਰਦਾਰ ਜੈ ਸਿੰਘ ਘਨੱਈਆ, ਸਰਦਾਰ ਲਹਿਣਾ ਸਿੰਘ, ਸਰਦਾਰ ਸੋਭਾ ਸਿੰਘ ਆਦਿ ਫੌਜ ਲੈ ਕੇ ਗੁੱਜਰਾਂ ਵਾਲੇ ਆ ਗਏ। ਉਹਨਾਂ ਉਬੇਦ ਖਾਂ ਨੂੰ ਘੇਰੇ ਵਿੱਚ ਲੈ ਲਿਆ ਤੇ ਅਗਲੇ ਦਿਨ ਧਾਵਾ ਬੋਲਣ ਦਾ ਮਤਾ ਪਕਾਇਆ। ਉਬੇਦ ਖਾਂ ਸਿੰਘਾਂ ਤੋਂ ਡਰਦਾ ਰਾਤੋਂ ਰਾਤ ਡੇਰਾ ਛੱਡ ਕੇ ਨੱਸ ਗਿਆ ਤੇ ਸ਼ਕਰਪੁਰ ਰਾਹੀਂ ਲਾਹੌਰ ਜਾ ਵੜਿਆ। ਨਖਾਸਮੀ ਫੌਜ ਦਾ ਜਿਸ ਪਾਸੇ ਮੂੰਹ ਹੋਇਆ ਨੱਸ ਗਈ। ਉਸ ਦਾ ਡੇਰਾ ਸਿੰਘਾਂ ਨੇ ਲੁੱਟ ਲਿਆ। ਹਜ਼ਾਰਾਂ ਰੁਪਏ ਦੇ ਸਮਾਨ ਸਣੇ ਕਈ ਤੋਪਾਂ ਸਰਦਾਰ ਚੜ੍ਹਤ ਸਿੰਘ ਦੇ ਹੱਥ ਆਈਆਂ, ਜੋ ਉਸਨੇ ਗੁੱਜਰਾਂ ਵਾਲੇ ਦੇ ਕਿਲੇ ਦੀਆਂ ਕੰਧਾਂ ਉੱਤੇ ਜਾ ਬੀੜੀਆਂ। 22 ਅਕਤੂਬਰ 1761 ਈਸਵੀ ਨੂੰ ਦੀਵਾਲੀ ਸੀ। ਸਾਰਾ ਪੰਥ ਅੰਮ੍ਰਿਤਸਰ ਇਕੱਠਾ ਹੋਇਆ। ਅਕਾਲ ਤਖਤ ਗੁਰਮਤਾ ਪਾਸ ਕੀਤਾ ਗਿਆ ਕਿ ਲਾਹੌਰ ਉੱਤੇ ਕਬਜ਼ਾ ਕੀਤਾ ਜਾਵੇ ਤੇ ਜੰਡਿਆਲੀਏ ਗੁਰੂ ਅਕਾਲ ਦਾਸ ਨੂੰ ਸਜ਼ਾ ਦਿੱਤੀ ਜਾਵੇ। ਗੁਰਵਾਕ ਲੈ ਕੇ ਸਿੰਘਾਂ ਨੇ ਲਾਹੌਰ ਨੂੰ ਜਾ ਘੇਰਾ ਪਾਇਆ। ਉਬੇਦ ਖਾਂ ਟਾਕਰਾ ਕਰਨ ਦੀ ਥਾਂ ਕਿਲ੍ਹਾਬੰਦ ਹੋ ਬੈਠਾ। ਸ਼ਹਿਰ ਦੇ ਪਤਵੰਤਿਆਂ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨਾਲ ਫੈਸਲਾ ਕਰਕੇ ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ। ਹੁਣ ਲਾਹੌਰ ਵਿੱਚ 2 ਹਾਕਮ ਸਨ, ਕਿਲੇ ਵਿੱਚ ਉਬੇਦ ਖਾਂ ਤੇ ਸ਼ਹਿਰ ਵਿੱਚ ਸਿੱਖ। ਨਵਾਬ ਕਪੂਰ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਤਖਤ ਤੇ ਬਿਠਾ ਕੇ
ਬਾਦਸ਼ਾਹ ਦਾ ਖਿਤਾਬ ਦਿੱਤਾ। ਇਸ ਤੋਂ ਪਿੱਛੋਂ ਸਿੱਖ ਉਸ ਨੂੰ ਬਾਦਸ਼ਾਹ ਕਹਿੰਦੇ ਸਨ। ਸਿੱਖਾਂ ਨੇ ਸਰਕਾਰੀ ਟਕਸਾਲ ਤੇ ਕਬਜ਼ਾ ਕਰ ਲਿਆ ਤੇ ਸਿੱਕਾ ਚਾਲੂ ਕੀਤਾ। ਚਾਂਦੀ ਦੇ ਸਿੱਕੇ ਉੱਤੇ ਹੇਠ ਲਿਖਿਆ ਫਾਰਸੀ ਦਾ ਸ਼ੇਅਰ ਲਿਖਿਆ ਹੋਇਆ ਸੀ, ਸਿੱਕਾ ਜ਼ਦ ਦਰ ਜਹਾਂ ਵਫਜ਼ਲ ਅਕਾਲ, ਮੁਲਕ ਅਹਿਮਦ ਗਿਰਫਤ ਜੱਸਾ ਕਲਾਲ। ਸਿੰਘਾਂ ਨੇ ਲਾਹੌਰ ਉੱਤੇ ਕਬਜ਼ਾ ਤਾਂ ਕਰ ਲਿਆ, ਪਰ ਉਹਨਾਂ ਨੂੰ ਆਪਣੇ ਫੌਜੀ ਬਲ ਉੱਤੇ ਅਜੇ ਇੰਨਾ ਭਰੋਸਾ ਨਹੀਂ ਸੀ ਕਿ ਉਹ ਆਪਣਾ ਕਬਜ਼ਾ ਕਾਇਮ ਰੱਖ ਸਕਣਗੇ। ਉਹ ਪਹਿਲਾਂ ਉਦਾਲੇ ਦੇ ਵਿਰੋਧੀਆਂ ਨੂੰ ਚੰਗੀ ਤਰ੍ਹਾਂ ਸੋਧਣਾ ਚਾਹੁੰਦੇ ਸਨ। ਸੋ ਉਹ ਲਾਹੌਰ ਛੱਡ ਕੇ ਜੰਡਿਆਲੇ ਤੇ ਚੜ੍ਹ ਆਏ। ਅਕਾਲ ਦਾਸ ਜੰਡਿਆਲੀਆ ਮੁਸਲਿਮ ਸਰਕਾਰ ਦਾ ਵੱਡਾ ਚੁਗਲ ਤੇ ਸਿੱਖਾਂ ਦਾ ਵੈਰੀ ਸੀ। ਉਸਨੇ ਕਈ ਧਰਮਾਤਮਾ ਸਿੱਖ ਫੜਾਏ ਤੇ ਕਤਲ ਕਰਾਏ ਸਨ। ਲਾਹੌਰੋਂ ਹਟ ਕੇ ਸਿੱਖਾਂ ਨੇ ਜੰਡਿਆਲੇ ਨੂੰ ਘੇਰਾ ਪਾਇਆ। ਅਕਾਲ ਦਾਸ ਦਾ ਸਾਰਾ ਇਲਾਕਾ ਲੁੱਟ ਲਿਆ। ਇਹ ਘਟਨਾ ਜਨਵਰੀ 1762 ਈਸਵੀ ਦੀ ਹੈ। ਅਕਾਲ ਦਾਸ ਨੇ ਅਹਿਮਦ ਸ਼ਾਹ ਅਬਦਾਲੀ ਕੋਲ ਮਦਦ ਵਾਸਤੇ ਅਰਜ਼ੀ ਲਿਖ ਭੇਜੀ। ਅਕਾਲ ਦਾਸ ਨੂੰ ਸਿੱਖਾਂ ਦੇ ਘੇਰੇ ਵਿੱਚੋਂ ਬਚ ਕੇ ਨਿਕਲਣ ਦੀ ਆਸ ਨਹੀਂ ਸੀ। ਉਹਨੇ ਆਪਣੇ ਮੁਸਲਮਾਨ ਨੌਕਰਾਂ ਕੋਲੋਂ ਗਾਈ ਮਰਵਾ ਕੇ ਕਿਲੇ ਦੀਆਂ ਕੰਧਾਂ ਤੋਂ ਬਾਹਰ ਸਿੱਖਾਂ ਦੇ ਮੋਰਚਿਆਂ ਦੇ ਸਾਹਮਣੇ ਸੁਟਵਾਈਆਂ। ਇਹ ਪਾਪ ਹੁੰਦਾ ਵੇਖ ਕੇ ਸਿੱਖ ਜੰਡਿਆਲੇ ਦਾ ਘੇਰਾ ਉਠਾ ਕੇ ਮਲੇਰਕੋਟਲੇ ਨੂੰ ਚਲੇ ਗਏ। ਜਦ ਵੀ ਅਬਦਾਲੀ ਹਿੰਦ ਵਿੱਚ ਆਇਆ, ਉਸ ਦੀ ਫੌਜ ਸਿੱਖਾਂ ਹੱਥੋਂ ਲੁੱਟੀ ਜਾਂਦੀ ਰਹੀ। ਹਿੰਦ ਵਿੱਚ ਬਾਕੀ ਸਭ ਤਾਕਤਾਂ ਅਬਦਾਲੀ ਸਾਹਮਣੇ ਝੁਕ ਗਈਆਂ ਸਨ। ਹੁਣ ਕੇਵਲ ਸਿੱਖ ਹੀ ਉਸ ਦੀਆਂ ਅੱਖਾਂ ਵਿੱਚ ਰੜਕਦੇ ਸਨ। ਸੋ ਅਬਦਾਲੀ ਸਿੱਖਾਂ ਨੂੰ ਮਲੀਆ ਮੇਟ ਕਰਨ ਵਾਸਤੇ 6ਵੀਂ ਵਾਰ ਪੰਜਾਬ ਉੱਤੇ ਚੜ੍ਹ ਆਇਆ। ਉਹ ਰੋਹਤਾਸ ਪੁੱਜਾ ਤਾਂ ਉਸ ਨੂੰ ਜੰਡਿਆਲੀਏ ਦੇ ਆਦਮੀ ਮਿਲੇ। ਉਹ ਰੋਹਤਾਸ ਤੋਂ ਚੱਲ ਕੇ 4 ਦਿਨਾਂ ਵਿੱਚ ਲਾਹੌਰ ਆ ਪੁੱਜਾ। ਅੱਗੋਂ ਲਾਹੌਰ ਖਾਲੀ ਪਿਆ ਸੀ। ਅਗਲੇ ਦਿਨ ਉਹ ਜੰਡਿਆਲੇ ਪੁੱਜਾ ਤਾਂ ਸਿੱਖ ਉੱਥੋਂ ਵੀ ਜਾ ਚੁੱਕੇ ਸਨ। ਅਕਾਲ ਦਾਸ ਤੋਂ ਨਜ਼ਰਾਂ ਲੈ ਕੇ ਅਬਦਾਲੀ ਫਿਰ ਲਾਹੌਰ ਆ ਗਿਆ ਤੇ ਸਿੱਖਾਂ ਦੀ ਸੂਹ ਕੱਢਣ ਵਾਸਤੇ ਆਦਮੀ ਭੇਜੇ। ਜੰਡਿਆਲੇ ਤੋਂ ਉੱਠ ਕੇ ਸਿੰਘ ਮਲੇਰਕੋਟਲੇ ਦੇ ਇਲਾਕੇ ਵਿੱਚ ਆ ਵੜੇ। ਖਾਲਸਾ ਫੌਜ ਉਸ ਵੇਲੇ 50,000 ਦੇ ਲਗਭਗ ਸੀ। ਇਸ ਵਾਰ ਸਿੰਘਾਂ ਦਾ ਵਹੀਰ ਵੀ ਨਾਲ ਸੀ। ਮਲੇਰਕੋਟਲੇ ਤੋਂ 6 ਮੀਲ ਦੂਰ ਦਲ ਖਾਲਸਾ ਫੌਜ ਪਿੰਡ ਕੁੱਪ ਵਿੱਚ ਬੈਠੀ ਸੀ। ਉਸ ਤੋਂ 4 ਮੀਲ ਦੂਰ ਪਿੰਡ ਗੁਰਮਾ ਵਿੱਚ ਸਿੰਘਾਂ ਦਾ ਡੇਰਾ ਤੇ ਵਹੀਰ ਸੀ। ਜੈਨ ਖਾਂ ਫੌਜਦਾਰ ਸਰਹੰਦ ਵੀ ਉਸ ਵੇਲੇ ਮਲੇਰਕੋਟਲੇ ਵਿੱਚ ਸੀ। ਉਹ ਤੇ ਮਲੇਰਕੋਟਰੀਆ ਭੀਖਣ ਖਾਂ ਸਿੱਖਾਂ ਨਾਲ ਲੜ ਰਹੇ ਸਨ। ਇਹ ਖਬਰ ਲਾਹੌਰ ਅਬਦਾਲੀ ਨੂੰ ਪੁੱਜੀ ਤਾਂ ਉਹ 2 ਦਿਨਾਂ ਵਿੱਚ ਪੰਧ ਮੁਕਾ ਕੇ 5 ਫਰਵਰੀ 1762 ਈਸਵੀ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਮਲੇਰਕੋਟਲੇ ਜਾ ਪੁੱਜਾ। ਅਬਦਾਲੀ ਨੇ ਅੱਧੀ ਫੌਜ ਆਪ ਰੱਖੀ ਤੇ ਅੱਧੀ ਆਪਣੇ ਵਜ਼ੀਰ ਸ਼ਾਹ ਵਲੀ ਨੂੰ ਦੇ ਕੇ ਸਿੱਖਾਂ ਤੇ ਵਹੀਰ ਉੱਤੇ ਹਮਲਾ ਕਰਨ ਦਾ ਹੁਕਮ ਦਿੱਤਾ। ਜੈਨ ਖਾਂ, ਭੀਖਣ ਖਾਂ ਤੇ ਲਛਮੀ ਨਾਰਾਇਣ ਨੂੰ ਵੀ ਸ਼ਾਹ ਵਲੀ ਦੀ ਮਦਦ ਵਾਸਤੇ ਤੋਰ ਦਿੱਤਾ। ਸਿੰਘਾਂ ਨੂੰ ਪਤਾ ਉਦੋਂ ਲੱਗਾ ਜਦ ਅਬਦਾਲੀ ਮਲੇਰਕੋਟਲੇ ਆ ਪੁੱਜਾ। ਸਿੰਘਾਂ ਦੀ ਲੜਾਕੀ ਫੌਜ ਵੈਰੀ ਦੇ ਚੌਥੇ ਹਿੱਸੇ ਵਿੱਚ ਸੀ ਤੇ ਤੋਪਖਾਨਾ ਕੋਈ ਨਹੀਂ ਸੀ। ਅਬਦਾਲੀ ਕੋਲ ਬੜਾ ਭਾਰੀ ਤੋਪਖਾਨਾ ਸੀ। ਸਿੰਘ ਆਪਣਾ ਵਹੀਰ ਬਚਾਉਣ ਵਾਸਤੇ ਪਿੰਡ ਗੁਰਮੇ ਵੱਲ ਭੱਜੇ। ਜਾਂ ਦੁਰਾਨੀਆਂ ਨੇ ਚੁਫੇਰਿਓ ਹੱਲਾ ਬੋਲ ਦਿੱਤਾ। ਸਭ ਤੋਂ ਪਹਿਲਾਂ ਕਾਸਮ ਖਾਂ ਨੇ ਧਾਵਾ ਕੀਤਾ, ਜੋ ਸਿੱਖਾਂ ਤੋਂ ਮਾਰ ਖਾ ਕੇ ਪਿੱਛੇ ਹਟਿਆ। ਫਿਰ ਅਹਿਮਦ ਸ਼ਾਹ ਨੇ ਆਪਣੇ ਦੋਹਾਂ ਨਾਮਵਰ ਜਰਨੈਲਾਂ ਜਹਾਨ ਖਾਂ ਤੇ ਸਰਬੁਲੰਦ ਖਾਂ ਸਣੇ ਆਪ ਹਮਲਾ ਕੀਤਾ। ਖਾਲਸੇ ਨੇ ਤਿੰਨਾਂ ਮਲਵਈ ਸਰਦਾਰਾਂ
सरदार आला सिंह दा वकील शेखू सिंह हंबलवाल, संघू सिंह भाई का, बुढ़ा सिंह भाई का नाल वहीर नूं बरनाले वल ਤੋਰ ਦਿੱਤਾ ਤੇ ਆਪ ਅਬਦਾਲੀ ਨਾਲ ਲੜਨ ਲੱਗੇ। सरदार चढ़त सिंह शुकर ਚੱਕੀਆ ਤੇ सरदार जस्सा सिंह ਆਲੂਵਾਲੀਆ बड़ी बहादुरी ਨਾਲ लड़े। ਦੂਜੇ ਪਾਸੇ शाह वली ने वहीर उत्ते हमला करके हज़ारां इस्त्रियां ते बच्चे कतल कीते। सरदार जस्सा सिंह नूं खबर पहुंची ਤਾਂ ਉਹਨੇ सरदार शाम सिंह, सरदार करोड़ा सिंह, सरदार करम सिंह, सरदार नार सिंह आदि वहीर ਵੱਲੇ ਭੇਜਿਆ। ਵਜ਼ੀਰ ਸ਼ਾਹ ਵਲੀ ਨੇ ਵਹੀਰ ਵਿੱਚੋਂ ਹਜ਼ਾਰਾਂ ਇਸਤਰੀਆਂ ਤੇ ਬੱਚੇ ਕੈਦੀ ਬਣਾ ਲਏ ਸਨ। ਸਿੰਘਾਂ ਨੇ ਹੱਲਾ ਕਰਕੇ ਆਪਣੀਆਂ ਢੱਕਾਂ ਚੁਕਾ ਲਈਆਂ ਤੇ ਸ਼ਾਹ ਵਲੀ ਦੀ ਫੌਜ ਦਾ ਬੜਾ ਨੁਕਸਾਨ ਕੀਤਾ। ਸਿੰਘਾਂ ਦੀ ਤਲਵਾਰ ਤੋਂ ਤੰਗ ਆ ਕੇ ਵਜ਼ੀਰ ਵਹੀਰ ਨੂੰ ਛੱਡ ਕੇ ਪਿੱਛੇ ਹਟ ਗਿਆ। ਉਧਰ ਸਰਦਾਰ ਚੜਤ ਸਿੰਘ ਹੱਥੋਂ ਅਬਦਾਲੀ ਦਾ ਜਰਨੈਲ ਸਰਬੁਲੰਦ ਖਾਂ ਜ਼ਖਮੀ ਹੋ ਕੇ ਪਿੱਛੇ ਹਟਿਆ ਹੀ ਸੀ ਜਾਂ ਦੂਜੇ ਪਾਸਿਓਂ ਜਹਾਨ ਖਾਂ ਨੇ ਹੱਲਾ ਕਰ ਦਿੱਤਾ। ਉਹ ਸਰਦਾਰ ਜੱਸਾ ਸਿੰਘ ਹੱਥੋਂ ਜ਼ਖਮੀ ਹੋ ਗਿਆ। ਇਸ ਤਰ੍ਹਾਂ ਦੋਵੇਂ ਦਲ ਲਹੂ ਦੀ ਹੋਲੀ ਖੇਡਦੇ ਪਿੰਡ ਗਹਿਲ ਵਿੱਚ ਜਾ ਪਹੁੰਚੇ। ਅੱਗੋਂ ਪਿੰਡ ਵਾਲਿਆਂ ਨੇ ਬੂਹੇ ਬੰਦ ਕਰ ਲਏ ਤੇ ਅਬਦਾਲੀ ਤੋਂ ਡਰਦਿਆਂ ਸਿੰਘਾਂ ਨੂੰ ਆਸਰਾ ਨਾ ਦਿੱਤਾ। ਕੁਛ ਬਿਰਧ ਸਿੰਘ ਤੇ ਸਿੰਘਣੀਆਂ ਸੁੱਕੇ ਹੋਏ ਬਾਜਰੇ ਦੇ ਮੁਨਾਰਿਆਂ ਵਿੱਚ ਲੁਕ ਗਏ। ਦੁਰਾਨੀਆਂ ਨੇ ਅੱਗ ਲਾ ਕੇ ਉਹ ਜਿਉਂਦੇ ਹੀ ਸਾੜ ਦਿੱਤੇ। ਸਿੰਘ ਲੜਦੇ ਲੜਦੇ ਬਰਨਾਲੇ ਵੱਲ ਤੁਰੇ ਜਾ ਰਹੇ ਸਨ। ਤਕਾਲਾਂ ਪੈਂਦੀਆਂ ਨੂੰ ਸਿੰਘ ਪਿੰਡ ਕੁਤਵੇ ਜਾ ਪੁੱਜੇ। ਉੱਥੇ ਪਾਣੀ ਦੀ ਢਾਬ ਭਰੀ ਹੋਈ ਸੀ ਜੋ ਸਿੰਘਾਂ ਨੇ ਰੋਕ ਲਈ। ਦੁਰਾਨੀ ਵੀ ਪਾਣੀ ਵੱਲ ਵਧੇ। ਇੱਥੇ ਫਿਰ ਬੜੀ ਘਮਸਾਣ ਦੀ ਲੜਾਈ ਹੋਈ। ਸਿੰਘਾਂ ਨੇ ਤਦ ਤੱਕ ਬੈਰੀ ਨੂੰ ਰੋਕੀ ਰੱਖਿਆ ਜਦ ਤੱਕ ਵਹੀਰ ਪਾਣੀ ਪੀ ਕੇ ਚਲਾ ਨਾ ਗਿਆ। ਫਿਰ ਸਿੰਘਾਂ ਵੀ ਪਾਣੀ ਪੀਤਾ ਤੇ ਵਹੀਰ ਦੇ ਮਗਰ ਹੋ ਤੁਰੇ। ਦੁਰਾਨੀ ਫੌਜ ਵੀ ਧਿਆਈ ਮਰੀ ਪਈ ਸੀ। ਉਹ ਪਾਣੀ ਉੱਤੇ ਟੁੱਟ ਪਈ। ਇੰਨੇ ਚਿਰ ਨੂੰ ਸਿੰਘ ਵਹੀਰ ਸਣੇ ਦੂਰ ਨਿਕਲ ਗਏ। ਅਬਦਾਲੀ ਨੇ ਬਰਨਾਲੇ ਤੱਕ ਸਿੰਘਾਂ ਦਾ ਪਿੱਛਾ ਕੀਤਾ। ਇੰਨੇ ਚਿਰ ਨੂੰ ਚੋਖਾ ਹਨੇਰਾ ਹੋ ਚੁੱਕਾ ਸੀ। ਸੋ ਅਬਦਾਲੀ ਨੇ ਉੱਥੇ ਹੀ ਡੇਰਾ ਲਾ ਦਿੱਤਾ ਤੇ ਸਿੰਘ ਕੋਟਕਪੂਰੇ ਫਰੀਦਕੋਟ ਵੱਲ ਨਿਕਲ ਗਏ। ਕੁੱਪ ਤੋਂ ਬਰਨਾਲੇ ਤੱਕ 25 ਮੀਲ ਵਿੱਚ ਲੋਥਾਂ ਹੀ ਲੋਥਾਂ ਖਿਲਰੀਆਂ ਪਈਆਂ ਸਨ। ਸਿੱਖ ਇਤਿਹਾਸ ਵਿੱਚ ਇਸ ਨੂੰ ਵੱਡਾ ਘੱਲੂਘਾਰਾ ਕਹਿੰਦੇ ਹਨ। ਇਸ ਘੱਲੂਘਾਰੇ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ। ਸਿੱਖਾਂ ਦੇ ਹਾਰਨ ਦਾ ਸਭ ਤੋਂ ਵੱਡਾ ਕਾਰਨ ਉਹਨਾਂ ਦੇ ਵਹੀਰ ਦਾ ਨਾਲ ਹੋਣਾ ਸੀ। ਉਹਨਾਂ ਨੂੰ ਬਹੁਤੀ ਚਿੰਤਾ ਵਹੀਰ ਦੇ ਬਚਾਉਣ ਦੀ ਸੀ। ਦੂਜਾ ਕਾਰਨ ਅਬਦਾਲੀ ਕੋਲ ਤੋਪਖਾਨਾ ਸੀ ਤੇ ਸਿੰਘਾਂ ਕੋਲ ਉੱਕਾ ਹੀ ਹੈ ਨਹੀਂ ਸੀ। ਸਿੰਘਾਂ ਦੀ ਲੜਾਕੀ ਫੌਜ 40-50 ਹਜ਼ਾਰ ਹੀ ਸੀ, ਜਦੋਂ ਕਿ ਅਬਦਾਲੀ ਦੀ ਫੌਜ ਇਸ ਤੋਂ 4 ਗੁਣਾ 2 ਲੱਖ ਦੇ ਲਗਭਗ ਸੀ। ਲੜਾਕੇ ਸਿਪਾਹੀਆਂ ਦਾ ਨੁਕਸਾਨ ਦੋਹੀਂ ਪਾਸੇ ਇੱਕੋ ਜਿਹਾ ਸੀ। 10-12 ਹਜ਼ਾਰ ਸਿੱਖ ਸਿਪਾਹੀ ਸ਼ਹੀਦ ਹੋਏ ਸਨ ਤੇ ਇੰਨੇ ਕੁ ਹੀ ਦਰਾਨੀ ਸਿਪਾਹੀ। ਪਰ ਸਿੱਖਾਂ ਦੇ ਬਾਲ ਬੱਚੇ ਤੇ ਇਸਤਰੀਆਂ 18-20 ਹਜ਼ਾਰ ਕਤਲ ਕੀਤੇ ਗਏ ਸਨ। ਸੋ ਸਿੱਖਾਂ ਦਾ ਕੁੱਲ ਨੁਕਸਾਨ 30 ਹਜ਼ਾਰ ਦੇ ਲਗਭਗ ਸੀ। ਸਿੱਖਾਂ ਦਾ ਸਾਰਾ ਸਮਾਨ ਲੁੱਟਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀਆਂ 2 ਪੁਰਾਤਨ ਬੀੜਾਂ ਅਬਦਾਲੀ ਦੇ ਹੱਥ ਆਈਆਂ। ਚੜਤ ਸਿੰਘ, ਜੱਸਾ ਸਿੰਘ ਤੇ ਸ਼ਾਮ ਸਿੰਘ ਨੂੰ ਕਈ ਫੱਟ ਲੱਗੇ। ਇੱਕ ਵੀ ਸਿੱਖ ਸਿਪਾਹੀ ਨਾ ਬਚਿਆ ਜਿਸ ਨੂੰ ਕੋਈ ਫੱਟ ਨਾ ਲੱਗਾ ਹੋਵੇ। ਪਰ ਸਦਕੇ ਉਹਨਾਂ ਮਰਦਾਂ ਦੇ ਉਸ ਰਾਤ ਇੱਕ ਨਿਹੰਗ ਸਿੰਘ ਕਹਿ ਰਿਹਾ ਸੀ, ਖੋਟ ਨਿਕਲ ਗਿਆ ਹੈ ਤੇ ਹੁਣ ਨਿਰੋਲ ਤੱਤ ਖਾਲਸਾ ਰਹਿ ਗਿਆ ਹੈ। ਇੱਥੋਂ ਬਚੇ ਸਿੰਘ ਜੈਤੋ, ਅਬੂਲ, ਮਹਿਮਾ, ਭਗਤੂ, ਬਿਜੂਕੇ, ਕਾਉਣੀ, ਚੜਿੱਕ, ਘੋਲੀਆ, ਚੁਬਾਰਾ, ਫਰੀਦਕੋਟ ਆਦਿ ਥਾਵਾਂ ਤੇ ਜਾ ਟਕੇ। ਸਰਦਾਰ ਆਲਾ ਸਿੰਘ ਪਟਿਆਲਾ ਨੇ ਇਸ ਯੁੱਧ ਵਿੱਚ ਕਿਸੇ ਧਿਰ ਦੀ ਵੀ ਖੁੱਲ੍ਹ ਕੇ ਮਦਦ ਨਹੀਂ ਕੀਤੀ। ਉਹ ਪਟਿਆਲੇ ਤੋਂ 17 ਮੀਲ ਦੂਰ ਢੰਡੋਟਾ ਚਲਾ ਗਿਆ ਸੀ। ਅਬਦਾਲੀ ਨੇ ਇਸ ਗੁੱਸੇ ਵਿੱਚ
कि आला सिंह हाज़र क्यों नहीं होया। बरनाले का किला ढा दिता ते इलाका लुट लिया। उसने आला सिंह नूं फड़न वास्ते फौज घल्ली, पर वो आप ही हाज़र हो गया। अबदाली ने सरदार आला सिंह नूं कैद कर लिया ते केस कतल कराउण दा हुक्म दिता। मगरले ने 1.25 लाख बदले अपने केस खरीद लए। भाव अबदाली नूं 1.25 लाख नजराना दिता ते केस कतल ना कराए। बरनाले तो अबदाली सरहंद जा बैठा। इत्थे वजीर शाह वली राही सरदार आला सिंह ने 5 लाख खराज तार के रिहाई पाई। 15 फरवरी नूं अबदाली सरहंदों तुरिया ते अमृतसर किला रामगढ़ विच आ बैठा। हरमंदर साहिब दीआं नीहां थल्ले बारूद दे कुप्पे दब के उड़ा दित्तियां। एक इट उड के अबदाली दे नक्क ते वजी। उसदे जख्म विच कैंसर हो गई ते वो जख्म मौत तो पहला चंगा ना होया। उन्हें शहर विचले सारे गुरुद्वारे ढा दिते ते सरोवर पूर दिते। अमृतसर सरोवर विच ढट्ठे मकानां दा मलवा ते घोड़ियां दी लिद्द पा के पूर के विच जौ बीज दिते। सरोवर विच गाई मारियां गईयां। 3 मार्च नूं अबदाली लाहौर जा पुजा। घल्लूघारे विच कतल होए ਸਿੰਘਾਂ ਦੇ ਸਿਰਾਂ ਦੇ ਉਹ 50 ਗੱਡੇ भर के नाल ले आया सी। लाहौर ਦੇ दरवाज़िਆਂ उत्ते ਸਿੰਘਾਂ ਦੇ ਸਿਰਾਂ ਦੇ ਮੁਨਾਰੇ ਉਸਾਰੇ गए ते लहू नाल मसीतां ਧੋਤੀਆਂ गईयां। अबदाली ਇਹ ਵੇਖਣ ਵਾਸਤੇ कि सिख फेर सिर उठाउंदे हन जां नहीं 9 महीने होर पंजाब विच रिहा। बादशाह दिल्ली दे राजदूत नजीबुद्दौला ते याकूब अली खां, मरहट्टियां दे राजदूत बापू ते परशोत्तम महादेव लाहौर पुजे ते अबदाली दी भेटा नजराने धरे। अबदाली ने नजीबुद्दौला ते रजा कुली खां मनीरुद्दौला दे हथ शाही सनद भेजी, जिस विच उसने शाह आलम नूं दिल्ली दा बादशाह ते सजाऊदौला नूं वजीर प्रवान किया। इस बदले 40 लाख सालाना खराज नियत होया। कश्मीर दा सूबेदार सुखजीवन मल बाकी हो गया सी। अबदाली ने नूरुद्दीन नूं फौज दे के भेजिया, जिसने सुखजीवन मल नूं फड़ लिया ते अन्ना करके लाहौर भेज दिता, जिथे वो कतल कर दिता गया। नवाब सरबुलंद खां नूं कश्मीर दा सूबेदार बना दिता गया। लाहौर विच गर्मी दा जोर हो जाण करके जुलाई ते अगस्त 2 महीने अबदाली कलानौर जा रहा सी ते फिर लाहौर आ गया। इत्थों वो उदों निकलिया जद सिखां ने मार के कढ़िया। 5 फरवरी 1762 ईस्वी नूं सिख घल्लूघारे विच हारे सन, पर उन्हां दे हौसले सगों वध गए सन। ਜਿਹੜਾ ਉਹਨਾਂ ਦੇ ਦਿਲਾਂ ਤੇ ਅਬਦਾਲੀ ਦਾ ਡਰ ਪਿਆ ਹੋਇਆ ਸੀ ਉਹ ਲੈ ਗਿਆ ਸੀ। ਉਹਨਾਂ ਦੀ ਇਹ ਹਾਰ ਜਿੱਤ ਨਾਲੋਂ ਵੀ ਚੰਗੀ ਸੀ। ਉਹਨਾਂ 3 ਕੁ ਮਹੀਨੇ ਬਰਾੜਾਂ ਦੇ ਪਿੰਡਾਂ ਵਿੱਚ ਕੱਟੇ। ਜਰਾ ਸਰੀਰ ਦੇ ਫੱਟ ਅੱਠਰੇ ਤਾਂ ਉਹ ਗੁਰਮਤਾ ਕਰਨ ਵਾਸਤੇ ਇੱਕ ਥਾਂ ਇਕੱਠੇ ਹੋਏ। ਫੈਸਲਾ ਇਹ ਹੋਇਆ ਕਿ ਘੱਲੂਘਾਰੇ ਦੀ ਹਾਰ ਦਾ ਅਬਦਾਲੀ ਤੋਂ ਬਦਲਾ ਲਿਆ ਜਾਵੇ। सरदारां अगे औखा सवाल यह सी कि अबदाली दे टाकरे वास्ते जंगी समान कित्थों मिले। पिछला सब समान घल्लूघारे विच लुटिया गया सी। पक्की हुई कि वैरी नूं मारन वास्ते वैरी कोलों ही समान खोया जावे। मई 1762 ईस्वी विच अचनचेत ही ਸਿੰਘਾਂ ने सरहंद उत्ते हमला कर दिता। टाकरे की समर्था ना वेख के जैन खां ने 50,000 दे के ਸਿੰਘਾਂ नाल सुलह कर लई। ਸਿੰਘ नजराने लैके वापस पटियाले नूं मुड़ पए। वो बहादरगढ़ कोल पुजे तां पिछों जैन खां ते उसदे दीवान लक्ष्मी नारायण ने हमला कर दिता। ਸਿੰਘਾਂ ने
ਉਹਨਾਂ ਪੈਰਾਂ ਤੋਂ ਹੀ ਪਰਤ ਕੇ ਅਜਿਹਾ ਜਵਾਬੀ ਹਮਲਾ ਕੀਤਾ ਕਿ ਜੈਨ ਖਾਂ ਤੇ ਲక్ష్ਮੀ ਨਾਰਾਇਣ ਪਿੰਡ ਵਿੱਚੋਂ ਹਾਰ ਕੇ ਨੱਸ ਗਏ। ਦੋਹਾਂ ਦੇ ਡੇਰੇ ਸਿੰਘਾਂ ਲੁੱਟ ਲਏ। ਇਸ ਤਰ੍ਹਾਂ ਹਜ਼ਾਰਾਂ ਰੁਪਏ ਦਾ ਜੰਗੀ ਤੇ ਹੋਰ ਲੋੜੀਂਦਾ ਸਮਾਨ ਸਿੰਘਾਂ ਦੇ ਹੱਥ ਆਇਆ। ਜੁਲਾਈ ਵਿੱਚ ਸਿੰਘ ਹਜ਼ਾਰ ਦੇ ਜਥੇ ਬਣਾ ਕੇ ਅੰਮ੍ਰਿਤਸਰ ਜਾਣ ਲੱਗ ਪਏ। ਉਹਨਾਂ ਦੇ ਹੌਸਲੇ ਇੰਨੇ ਵਧੇ ਹੋਏ ਸਨ ਕਿ ਉਹ ਲਾਹੌਰ ਦੀਆਂ ਕੰਧਾਂ ਤੱਕ ਮਾਰਨ ਲੱਗੇ। ਦੁਰਾਨੀ ਫੌਜ ਦੇ ਦਸਤੇ ਡਰਦੇ ਸਿੰਘਾਂ ਦੇ ਸਾਹਮਣੇ ਨਾ ਹੁੰਦੇ। ਅਬਦਾਲੀ ਆਪ ਫੌਜ ਲੈ ਕੇ ਚੜ੍ਹਿਆ ਤਾਂ ਸਿੰਘ ਜੰਗਲਾਂ ਵਿੱਚ ਜਾ ਵੜੇ। ਅਗਸਤ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਜਥੇਦਾਰੀ ਹੇਠ ਸਿੰਘ ਦੁਆਬਾ ਜਲੰਧਰ ਵਿੱਚ ਜਾ ਵੜੇ। ਪੰਥ ਵਿਰੋਧੀਆਂ ਦੇ ਘਰ ਸਾੜੇ, ਲੁੱਟੇ ਤੇ ਸਾਰਾ ਇਲਾਕਾ ਲੁੱਟ ਕੇ ਸਿੰਘ ਮਾਲਵੇ ਜਾ ਪੁੱਜੇ। 25 ਅਗਸਤ ਤੋਂ 24 ਸਤੰਬਰ ਤੱਕ ਇੱਕ ਮਹੀਨਾ ਸਿੰਘ ਪਾਣੀਪਤ ਤੇ ਕਰਨਾਲ ਦੇ ਵਿਚਕਾਰ ਡੇਰੇ ਲਾਈ ਬੈਠੇ ਰਹੇ ਤੇ ਦੂਰੋਂ ਨੇੜਿਓਂ ਹਥਿਆਰ ਤੇ ਹੋਰ ਲੋੜੀਂਦਾ ਸਮਾਨ ਖਰੀਦ ਕੇ ਸਿੰਘ ਅੰਮ੍ਰਿਤਸਰ ਨੂੰ ਤੁਰ ਪਏ। ਅਕਤੂਬਰ ਚੜ੍ਹਦਿਆਂ ਹੀ ਸਿੰਘ ਮਾਝੇ ਵਿੱਚ ਆ ਪੁੱਜੇ। ਅਬਦਾਲੀ ਲਾਹੌਰ ਬੈਠਾ ਸੀ ਤੇ ਉਸਦੇ ਡੇਰੇ ਤੋਂ 4-5 ਮੀਲ ਦੀ ਵਿੱਥ ਤੱਕ ਸਿੰਘ ਧਾੜੇ ਮਾਰਦੇ ਫਿਰਦੇ ਸਨ। ਉਹ ਘੱਲੂ ਘਾਰੇ ਦੇ ਦਾਗ ਲਾਉਣਾ ਚਾਹੁੰਦੇ ਸਨ। ਦੀਵਾਲੀ ਤੋਂ ਪਹਿਲਾਂ 60,000 ਸਿੰਘ ਅੰਮ੍ਰਿਤਸਰ ਆ ਇਕੱਠੇ ਹੋਏ। ਜਿੱਥੇ ਸਿੰਘਾਂ ਦੇ ਹੌਸਲੇ ਵੱਧ ਗਏ ਸਨ, ਉੱਥੇ ਅਬਦਾਲੀ ਉਹਨਾਂ ਨਾਲ ਲੜਨ ਤੋਂ ਘਬਰਾ ਰਿਹਾ ਸੀ। ਲੜਨ ਦੀ ਥਾਂ ਉਸਨੇ ਨੀਤੀ ਤੋਂ ਕੰਮ ਲੈਣਾ ਚਾਹਿਆ। ਉਹਨੇ ਪੰਥ ਨਾਲ ਸੁਲ੍ਹਾ ਕਰਨ ਵਾਸਤੇ ਆਪਣੇ ਰਾਜਦੂਤ ਅੰਮ੍ਰਿਤਸਰ ਭੇਜੇ। ਸਿੰਘਾਂ ਨੇ ਉਹਨਾਂ ਨਾਲ ਸੁਲ੍ਹਾ ਦੀ ਗੱਲਬਾਤ ਕਰਨ ਦੀ ਥਾਂ ਉਹਨਾਂ ਦਾ ਸਮਾਨ ਲੁੱਟ ਲਿਆ ਤੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਹੁਣ ਅਬਦਾਲੀ ਵਾਸਤੇ ਲੜਾਈ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ। ਉਹ 1 ਲੱਖ ਦੇ ਲਗਭਗ ਫੌਜ ਲੈ ਕੇ 16 ਅਕਤੂਬਰ ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਨੇੜੇ ਆ ਉਤਰਿਆ। ਅਗਲੇ ਦਿਨ 17 ਅਕਤੂਬਰ 1762 ਈਸਵੀ ਦੀਵਾਲੀ ਸੀ। ਉਸ ਦਿਨ ਪੂਰਾ ਸੂਰਜ ਗ੍ਰਹਿਣ ਸੀ। ਦੀਵਾਲੀ ਵਾਲੇ ਦਿਨ ਸਵੇਰੇ ਹੀ ਸਿੰਘਾਂ ਨੇ ਚੁਫੇਰਿਓਂ ਅਬਦਾਲੀ ਦੀ ਫੌਜ ਉੱਤੇ ਹਮਲਾ ਬੋਲ ਦਿੱਤਾ। ਪਿਪਲੀ ਸਾਹਿਬ ਕੋਲ ਸਾਰਾ ਦਿਨ ਬੜਾ ਘੋਰ ਯੁੱਧ ਹੋਇਆ। ਸ਼ਾਮ ਨੂੰ ਅਬਦਾਲੀ ਪੂਰੀ ਤਰ੍ਹਾਂ ਹਾਰ ਗਿਆ ਤੇ ਰਾਤ ਦੇ ਹਨੇਰੇ ਵਿੱਚ ਨੱਸ ਕੇ ਲਾਹੌਰ ਜਾ ਵੜਿਆ। ਇਸ ਲੜਾਈ ਵਿੱਚ ਕਈ ਹਜ਼ਾਰ ਦੁਰਾਨੀ ਸਿੰਘਾਂ ਨੇ ਕੈਦੀ ਬਣਾ ਲਏ। ਪੂਰੇ ਹੋਏ ਸਰੋਵਰ ਵਿੱਚੋਂ ਉਹਨਾਂ ਦੁਰਾਨੀਆਂ ਦੇ ਹੱਥੋਂ ਸਿੰਘਾਂ ਨੇ ਮਲਬਾ ਕਢਾਇਆ। ਇਹ ਕੰਮ ਮੁਕਾ ਕੇ ਸਿੰਘਾਂ ਨੇ ਕੈਦੀ ਛੱਡ ਦਿੱਤੇ ਤੇ ਆਪ ਲੱਖੀ ਜੰਗਲ ਵਿੱਚ ਜਾ ਵੜੇ। ਨਵੰਬਰ ਵਿੱਚ ਕਸ਼ਮੀਰ ਵਾਲੀ ਫੌਜ ਵੀ ਵਾਪਸ ਆ ਗਈ ਤੇ ਪੰਜਾਬੀ ਮੁਸਲਿਮ ਹਾਕਮਾਂ ਦੀ ਫੌਜ ਵੀ ਅਬਦਾਲੀ ਨੇ ਇਕੱਠੀ ਕਰ ਲਈ। ਇਸ ਤਰ੍ਹਾਂ ਫੌਜ ਦੀ ਗਿਣਤੀ ਵਧਾ ਕੇ ਅਬਦਾਲੀ ਲੱਖੀ ਜੰਗਲ ਵਿੱਚ ਸਿੰਘਾਂ ਦੇ ਮਗਰ ਚੜ੍ਹਿਆ। ਇੱਥੇ ਸਿੱਧੀ ਲੜਾਈ ਲੜਨ ਦੀ ਥਾਂ ਸਿੰਘ ਛੋਟੇ ਜਥੇ ਬਣਾ ਕੇ ਲੜਨ ਲੱਗੇ। ਇੱਕ ਜਥਾ ਇੱਕ ਪਾਸਿਓਂ ਹਮਲਾ ਕਰਦਾ, ਦੁਰਾਨੀ ਫੌਜ ਉਸ ਦੇ ਟਾਕਰੇ ਲਈ ਵੱਧਦੀ ਤਾਂ ਸਿੰਘ ਭੱਜ ਕੇ ਜੰਗਲ ਵਿੱਚ ਜਾ ਵੜਦੇ। ਦੁਰਾਨੀ ਅਜੇ ਸੁਰਤ ਵੀ ਨਾ ਸੰਭਾਲਦੇ ਜਾਂ ਉਨੇ ਚਿਰ ਨੂੰ ਸਿੰਘਾਂ ਦਾ ਹੋਰ ਜਥਾ ਦੂਜੇ ਪਾਸਿਓਂ ਆ ਧਾਵਾ ਬੋਲਦਾ। ਦੁਰਾਨੀ ਉਸ ਪਾਸੇ ਨੂੰ ਹੁੰਦੇ ਤਾਂ ਉਹ ਵੀ ਪਹਿਲੇ ਜਥੇ ਵਾਂਗ ਜੰਗਲ ਵਿੱਚ ਜਾ ਲੁਕਦੇ ਤੇ ਤੀਜਾ ਜਥਾ ਹੋਰ ਪਾਸਿਓਂ ਹੱਲਾ ਬੋਲ ਦਿੰਦਾ। ਲੜਾਈ ਦੇ ਇਸ ਢੰਗ ਨੇ ਅਬਦਾਲੀ ਦਾ ਨੱਕ ਦਮ ਕਰ ਦਿੱਤਾ। ਇੱਕ ਦਿਨ ਅਬਦਾਲੀ ਨੂੰ ਵੇਖ ਕੇ ਇੱਕ ਸਿੰਘ ਘੋੜਾ ਭਜਾ ਕੇ ਉਸ ਉੱਤੇ ਆ ਪਿਆ। ਉਹ ਸਿੰਘ ਤਾਂ ਅਬਦਾਲੀ ਦੀ ਸਰੀਰ ਰੱਖਿਅਕ ਫੌਜ ਹੱਥੋਂ ਮਾਰਿਆ ਗਿਆ, ਪਰ ਇਸ ਘਟਨਾ ਨੇ ਅਬਦਾਲੀ ਦੇ ਦਿਲ ਉੱਤੇ ਇੰਨਾ ਅਸਰ ਪਾਇਆ ਕਿ ਉਹ ਸਣੇ ਫੌਜ ਵਾਪਸ ਲਾਹੌਰ ਆ ਬੈਠਾ। ਅਬਦਾਲੀ ਨੇ ਸਾਰੇ ਪੰਜਾਬ ਦਾ ਸੂਬੇਦਾਰ ਕਾਬਲੀ ਮਲ ਨੂੰ ਬਣਾਇਆ। ਉਸ ਦੇ ਮਾਤਹਿਤ ਮੁਰਾਦ ਖਾਂ ਬਾਰੀ ਦੁਆਬ ਦਾ, ਜਹਾਨ ਖਾਂ ਰਾਵੀ ਤੋਂ ਅਟਕ ਤੱਕ ਦਾ, ਸਿਆਦਤ ਯਾਰ ਖਾਂ ਜਲੰਧਰ ਦਾ ਤੇ ਜੈਨ ਖਾਂ ਸਰਹੰਦ ਦਾ ਹਾਕਮ ਬਣਿਆ। 12 ਦਸੰਬਰ 1762 ਈਸਵੀ ਨੂੰ ਅਬਦਾਲੀ ਲਾਹੌਰੋਂ ਕਾਬਲ ਵੱਲ ਤੁਰਿਆ। ਇਸ ਵੇਲੇ ਸਿੰਘ ਇੰਨੇ ਦਲੇਰ ਹੋ ਗਏ ਕਿ ਉਹਨੇ ਉਹਨਾਂ ਰਾਵੀਓਂ ਟੱਪ ਦੀ ਫੌਜ ਉੱਤੇ ਹਮਲਾ ਕੀਤਾ। ਅਬਦਾਲੀ ਪੱਤਣ ਉੱਤੇ ਖਲੋਤਾ ਵੇਖ ਰਿਹਾ ਸੀ ਤੇ ਸਿੰਘ ਉਹਦੀ ਫੌਜ ਨੂੰ ਲੁੱਟ ਰਹੇ ਸਨ।
ਸਰੋਤਿਓ, ਇੱਥੋਂ ਤੱਕ ਅੱਜ ਅਸੀਂ ਇਸ ਕਿਤਾਬ ਨੂੰ ਪੜ੍ਹਾਂਗੇ। ਕਿਤਾਬ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਤੇ ਲੇਖਕ ਨੇ ਗਿਆਨੀ ਸੋਹਣ ਸਿੰਘ ਜੀ ਸੀਤਲ। ਅਗਲੇ ਦਿਨਾਂ ਦੇ ਵਿੱਚ ਅੱਗੇ ਇਸ ਨੂੰ ਪੜ੍ਹਨ ਦਾ ਯਤਨ ਕਰਾਂਗੇ। ਤਦ ਤੱਕ ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਾਣੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।